देश दुनिया च वसदे पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी। मैं जी आया आखदा। बहुत बहुत शुक्रिया रंधावा जी। ਕਰਨ ਸਤਿ ਸ਼੍ਰੀ ਅਕਾਲ ਜੀ। सियासी खबरों तो शुरू करते हैं। सब तो पहला कि आम आदमी पार्टी के MLA देव मान उन्होंने खंभ कुतरते गए, उन्होंने पावरां घटातियां गई ने कि आम आदमी पार्टी के MLA की कारगुजारी परखण लई दिल्ली तो कोई टीम फलाइंग टीम निरीखण कर रही है कि MLA ਦੇ ਵਿੱਚ ਇਸ ਸੰਬੰਧੀ ਕੋਈ ਖੌਫ ਵੀ ਪਾਇਆ ਜਾ ਰਿਹਾ। ਤੀਜਾ ਸਵਾਲ, ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਅੱਜ ਸ਼ਾਮ ਨੂੰ ਰਿਟਾਇਰ ਹੋ ਰਹੇ ਆ। ਪੰਜਾਬ ਦੇ ਮੁੱਖ ਮੰਤਰੀ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਕੌਣ ਹੋਣਗੇ, ਇਹਦੇ ਉੱਤੇ ਗੱਲ ਕਰਦੇ ਹਾਂ। ਅਗਲਾ ਮਾਮਲਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥਣਾਂ ਵੱਲੋਂ ਇੱਕ ਪੱਤਰ ਗਵਰਨਰ ਪੰਜਾਬ ਦੇ ਨਾਂ ਲਿਖਿਆ ਕਿ ਉਹਨਾਂ ਨਾਲ ਸ਼ੋਸ਼ਣ ਹੋ ਰਿਹਾ। ਕੀ ਇਹਦੇ ਉੱਤੇ ਯੂਨੀਵਰਸਿਟੀ ਕਟਹਿਰੇ 'ਚ ਢੁਕਵੀਂ ਕਾਰਵਾਈ ਦੀ ਅਣਹੋਂਦ ਕਿਉਂ ਆ? ਕਿ ਅੱਜ ਗਵਰਨਰ ਸਾਹਿਬ ਇੱਥੇ ਕੋਈ ਕਾਰਵਾਈ ਕਰਨਗੇ? ਆਰਡੀਨੈਂਸ ਦਿੱਲੀ ਦੇ ਵਿੱਚ ਦਿੱਲੀ ਦੀਆਂ ਸੇਵਾਵਾਂ ਨੂੰ ਲੈ ਕੇ ਜਿਹੜਾ ਆਰਡੀਨੈਂਸ ਅੱਜ ਅਮਿਤ ਸ਼ਾਹ ਵੱਲੋਂ ਪੇਸ਼ ਕੀਤਾ ਜਾਣਾ, ਉਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਦਾ, ਇਹ ਬੜਾ ਦਿਲਚਸਪ ਹੋਊਗਾ। ਤੇ ਉਧਰ ਇੱਕ ਸਰਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਸੰਭਾਵਿਤ ਗੱਠਜੋੜ ਨੂੰ ਹੁੰਜਾ ਫੇਰ ਜਿੱਤ ਦਿਖਾ ਰਿਹਾ। ਉਧਰ ਉਹ NDA ਨੂੰ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਬਣਾਉਂਦਾ ਨਜ਼ਰ ਆ ਰਿਹਾ। ਬਹੁਤ ਅਰਲੀ ਹੈ ਲੇਕਿਨ ਇਹਦੇ ਅੰਕੜੇ ਬੜੇ ਦਿਲਚਸਪ ਆ, ਤੁਹਾਡੇ ਨਾਲ ਸਾਂਝ ਪਵਾਉਂਦੇ ਆ। ਤੇ ਇਹਦੇ ਨਾਲ ਹੀ ਜਦੋਂ ਪੰਜਾਬ ਸਰਕਾਰ ਗੂੜੀ ਨੀਂਦ 'ਚ ਹੈ ਚੰਡੀਗੜ੍ਹ ਤੇ ਦਾਅਵੇ ਨੂੰ ਲੈ ਕੇ, ਉਸੇ ਵੇਲੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਕੌਂਸਲਰ ਇੱਕ PIL ਪਾ ਰਿਹਾ। ਪੰਜਾਬ ਸਰਕਾਰ ਕਿਉਂ ਨਹੀਂ ਪਾ ਰਹੀ? ਕਿਉਂ ਨਹੀਂ ਚੰਡੀਗੜ੍ਹ ਤੇ ਹੱਕ ਜਤਾ ਰਹੀ? ਇਸ PIL ਦੇ ਬਹਾਨੇ ਜੇ ਪੰਜਾਬ ਸਰਕਾਰ ਚੰਡੀਗੜ੍ਹ ਦੇ ਕੇਸ ਨੂੰ ਨਿਆਂ ਦੇ ਨਜ਼ਰੀਏ ਤੋਂ ਹਾਈ ਕੋਰਟ ਦੇ ਵਿੱਚ ਲੜਦੀ, ਭਾਵੇਂ ਸਮਾਂ ਲੱਗਦਾ, ਇਹਦੇ ਦਿਲਚਸਪ ਮਾਮਲੇ ਹੋ ਸਕਦੇ ਸੀ। ਔਰ ਨਰੋਟ ਜੈਮਲ ਸਿੰਘ ਦੇ ਵਿੱਚ ਜਿਹੜੀ 92 ਏਕੜ ਦੇ ਲਗਭਗ ਜ਼ਮੀਨ, ਉਹਦੇ ਉੱਤੇ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਇੱਕ ਪੱਤਰ ਵਿਭਾਗ ਨੂੰ ਲਿਖਿਆ ਗਿਆ ਕਿ ਇਹਦੇ ਤੇ ਹੁਣ ਤੱਕ ਰਿਪੋਰਟ ਕਿਉਂ ਨਹੀਂ ਆਈ। ਕੀ ਕੋਈ BDPO ਪ੍ਰਮੋਸ਼ਨ ਤੋਂ ਬਾਅਦ DDO ਬਣਦਾ ਹਫ਼ਤੇ 10 ਦਿਨਾਂ ਦੇ ਵਿੱਚ, ਫਿਰ ਉਹਦੇ ਕੋਲ ਐਡੀਸ਼ਨਲ ਚਾਰਜ ADC ਦਾ ਹੁੰਦਾ ਕਿ ਉਹ ਆਪਣੇ ਆਪ ਇਸ ਤਰ੍ਹਾਂ ਇਹ ਚਾਰਜ ਲੈਣ ਦੇ ਸਮਰੱਥ ਹੁੰਦਾ? ਉਹਦੇ ਪਿੱਛੇ ਕੌਣ ਹੈ? ਉਹਦੇ ਪਿੱਛੇ ਕੀ ਕੋਈ ਪੋਲੀਟੀਸ਼ੀਅਨ ਹੈ ਜਾਂ ਉਹਦੇ ਪਿੱਛੇ ਕੋਈ ਸੀਨੀਅਰ ਬਿਊਰੋਕਰੇਟ ਆ? ਆਖਿਰ ਇਹਨਾਂ ਚੀਜ਼ਾਂ ਤੋਂ ਪਰਦਾ ਕਿਉਂ ਨਹੀਂ ਉੱਠ ਰਿਹਾ? ਇਹ ਸਾਰੇ ਸਵਾਲ ਲਵਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਲੈਂਦੇ ਆ ਪੰਜਾਬ ਦੀ ਪੋਲਿਟਿਕਸ ਵਿੱਚ MLAs ਦੇ ਰੋਲ ਨੂੰ ਲੈ ਕੇ ਇੱਕ ਵਾਰੀ ਫਿਰ ਸਰਵੇ, ਇੱਕ ਵਾਰੀ ਫਿਰ ਫਲਾਈਂਗ ਟੀਮ, ਇੱਕ ਵਾਰੀ ਫਿਰ ਖੌਫ, ਇੱਕ ਵਾਰੀ ਫਿਰ MLAs ਦੀ ਪ੍ਰੀਖਿਆ। ਗੱਲ ਤੋਰੋ ਭਾਸਕਰ ਸਾਹਿਬ। ਜਿੱਥੇ ਤੱਕ MLA ਦੀ ਰਿਪੋਰਟ ਕਾਰਡ ਦਾ ਸਵਾਲ ਹੈ, ਕਵਾਇਦ ਸ਼ੁਰੂ ਹੋਈ ਲੁਧਿਆਣੇ ਤੋਂ। ਪਿਛਲੇ 3 ਦਿਨਾਂ ਤੋਂ ਇੱਕ ਟੀਮ ਦਿੱਲੀ ਤੋਂ ਆਈ ਹੈ, 3 ਮੈਂਬਰ ਆਏ ਨੇ ਔਰ ਕਹਿੰਦੇ ਨੇ ਡਾਕਟਰ ਸੰਦੀਪ ਪਾਠਕ ਜਿਹੜੇ ਆਰਗੇਨਾਈਜੇਸ਼ਨ ਨੈਸ਼ਨਲ ਆਰਗੇਨਾਈਜੇਸ਼ਨ ਸੈਕਟਰੀ ਹੈਗੇ ਨੇ, ਉਹਨਾਂ ਦੇ ਖਾਸ ਬੰਦੇ ਨੇ। ਉਹ ਇੱਕ ਬਲਾਕ ਪ੍ਰਧਾਨ ਨੂੰ ਮਿਲ ਕੇ MLA ਦਾ ਰਿਪੋਰਟ ਕਾਰਡ ਤਿਆਰ ਕਰ ਰਹੇ ਨੇ। 9 MLA ਨੇ ਲੁਧਿਆਣੇ ਦੇ ਵਿੱਚ, ਉਹ 9ਵਾਂ ਦੀ ਰਿਪੋਰਟ ਕਾਰਡ ਤਿਆਰ ਕੀਤੀ ਜਾ ਰਹੀ ਹੈ। ਔਰ ਅਕਸਰ ਉਹ MLA ਜਿਹੜੇ ਆਪਣੇ ਬਲਾਕ ਪ੍ਰਧਾਨਾਂ ਨੂੰ ਪੁੱਛਦੇ ਵੀ ਨਹੀਂ ਸੀ, ਉਹਨਾਂ ਨੂੰ ਕੁਝ ਫੋਨ ਕਰਕੇ ਇਹ ਗੱਲ ਕਹਿ ਰਹੇ ਨੇ ਕਿ ਵੀ ਸਾਡਾ ਖਿਆਲ ਰੱਖਿਓ, ਚੰਗੀ ਗੱਲ ਕਹੀਓ ਸਾਡੇ ਬਾਰੇ। ਜੋ ਕਹਿੰਦੇ ਪ੍ਰਧਾਨ ਜੀ MLA ਸਾਹਿਬ, ਤੁਸੀਂ ਪਹਿਲੇ ਸਾਨੂੰ ਪੁੱਛਿਆ ਨਹੀਂ, ਅੱਜ ਤੁਸੀਂ ਫੋਨ ਕਰਕੇ ਸਾਨੂੰ ਕਹਿੰਦੇ ਤੁਹਾਡੀ ਰਿਪੋਰਟ ਚੰਗੀ ਦਈਏ। ਯਾਨੀ ਸਾਹ ਸੁੱਕੇ ਪਏ ਨੇ। ਨਟਸ਼ਾ ਲੈਵੇ ਕਿ 9 MLA ਦੇ ਸਾਹ ਸੁੱਕੇ ਪਏ ਨੇ, ਕਿਉਂਕਿ ਇਹ ਰਿਪੋਰਟ ਜਾਏਗੀ ਸਿੱਧਾ ਡਾਕਟਰ ਸੰਦੀਪ ਪਾਠਕ ਕੋਲ। ਔਰ ਉਸ ਤੋਂ ਬਾਅਦ 1 to 1 ਇੱਕ ਗੱਲ ਹੋਏਗੀ ਉਹਨਾਂ ਦੀ ਰਿਪੋਰਟ ਕਾਰਡ ਦੇ ਬੇਸ ਦੇ ਉੱਤੇ। ਇਹਦਾ ਰਿਜ਼ਲਟ ਕੀ ਨਿਕਲੇਗਾ ਇਹ ਪਤਾ ਨਹੀਂ। ਹੁਣ MLA ਤੋਂ ਕੱਢਣ ਨੂੰ ਵਾਲੇ ਤੇ ਹੈ ਨਹੀਂ, ਪਰ ਦੂਜੇ ਪਾਸੇ ਉਹ 90 ਤੋਂ ਵੀ ਇੱਕ ਰਿਪੋਰਟ ਆ ਰਹੀ ਹੈ। ਤੇ ਪਿਛਲੇ ਦਿਨਾਂ ਦੇ ਵਿੱਚ ਡਿਸਟ੍ਰਿਕਟ ਪਲੈਨਿੰਗ ਬੋਰਡ ਦੀ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਹਲਕੇ ਦੇ MLA ਦੇਵਮਾਨ ਨੂੰ ਕਥਿਤ ਤੌਰ ਤੇ ਨਹੀਂ ਬੁਲਾਇਆ ਗਿਆ। ਔਰ ਉਸ ਤੋਂ ਬਾਅਦ ਇਹ ਵੀ ਖਬਰਾਂ ਨਿਕਲ ਕੇ ਆ ਰਹੀ ਹੈ ਕਿ ਦੇਵਮਾਨ ਉਹਨਾਂ ਨੂੰ ਬਹੁਤੀ ਤਵੱਜੋ ਪ੍ਰਸ਼ਾਸਨ ਉੱਥੇ ਦਾ ਨਹੀਂ ਦੇ ਰਿਹਾ। ਕੀ ਪ੍ਰਸ਼ਾਸਨ ਨੂੰ ਇਦਾਂ ਦੀ ਕੋਈ ਇਨਸਟਰਕਸ਼ਨ ਦਿੱਤੀ ਗਈ ਹੈ? ਕੀ ਪ੍ਰਸ਼ਾਸਨ ਜਾਂ ਸਰਕਾਰ ਨੇ ਕੋਈ ਗੱਡੀ MLA ਸਾਹਿਬ ਦੀ ਵਾਪਸ ਬੁਲਾਈ ਹੈ, ਸਿਕਿਉਰਿਟੀ ਘਟਾਈ ਹੈ? ਇਹਨਾਂ ਸਾਰੀ ਗੱਲਾਂ ਦੇ ਵਿੱਚ ਹੁਣ ਦੇਵਮਾਨ ਕਿੱਦਾਂ ਰਿਐਕਟ ਕਰਦੇ ਨੇ? ਕਿਉਂਕਿ ਦੇਵਮਾਨ ਥੋੜੇ ਦਿਨਾਂ ਪਹਿਲੇ ਰਿਐਕਟ ਕਰਕੇ ਹਟੇ ਨੇ ਜਦ ਉਹਨਾਂ ਨੇ ਮੰਗ ਕਰਤੀ ਦਲਿਤ ਉਪ ਮੁੱਖ ਮੰਤਰੀ ਦੀ। ਔਰ ਨਾਲ ਦੇ ਨਾਲ ਇਸ ਮੰਗ ਦੇ ਨਾਲ ਆਪਣੇ ਆਪ ਨੂੰ ਕੈਂਡੀਡੇਟ ਵਜੋਂ ਉਸ ਪਦ ਵਾਸਤੇ ਉਤਾਰ ਵੀ ਦਿੱਤਾ ਕਿ ਮੇਰੇ 'ਚ ਕੀ ਘਾਟ ਹੈ, ਮੈਂ ਕਿਸੇ ਤੋਂ ਘੱਟ ਨਹੀਂ, ਮੈਂ ਹੂੰ ਨਾ। ਐਦਾਂ ਦੀ ਗੱਲਾਂ ਕਰਕੇ ਹੁਣ ਸਰਕਾਰ ਨੂੰ ਕਿੰਨੀ ਕੁ ਐਮਬੈਰਸਮੈਂਟ ਹੋਈ ਪਤਾ ਨਹੀਂ। ਕਿਉਂਕਿ ਅਪੋਜੀਸ਼ਨ ਪਾਰਟੀਆਂ ਜਦ ਇਸ ਤਰੀਕੇ ਦੀ ਮੰਗ ਕਰਦੀ ਸੀ, ਔਰ ਉਹ ਵਾਅਦਾ ਜਿਹੜਾ ਅਰਵਿੰਦ ਕੇਜਰੀਵਾਲ ਉਹਨਾਂ ਨੇ ਕੈਂਪੇਨ ਦੇ ਦੌਰਾਨ ਛੇੜਿਆ ਸੀਗਾ ਕਿ ਜੇ ਸਾਡੀ ਸਰਕਾਰ ਆਈ ਤੇ ਅਸੀਂ ਦਲਿਤ ਉਪ ਮੁੱਖ ਮੰਤਰੀ ਬਣਾਉਣਗੇ, ਜੇ ਆਪ ਦਾ MLA ਏਦਾਂ ਦੀ ਮੰਗ ਕਰਨ ਲੱਗ ਜਾਏ ਤੇ ਫਿਰ ਫਰਕ ਤੇ ਪੈਂਦਾ ਹੈ। ਔਰ ਜੋ ਕੁਝ ਅੱਗੇ ਜੇ ਦੇਵਮਾਨ ਉਹਨਾਂ ਦੇ ਨਾਲ ਜਿਸ ਤਰੀਕੇ ਦੀ ਗੱਲਾਂ ਚੱਲ ਰਹੀ ਹੈ, ਜੋ ਹਜੇ ਕਨਫਰਮ ਨਹੀਂ ਹੋਈਆਂ,
ਉਹ ਲੱਗਦਾ ਹੈ ਕਿ ਦੇਵ ਮਾਨ ਉਹਨਾਂ ਨੂੰ ਅੱਗੇ ਚੱਲ ਕੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਮੁਸ਼ਕਿਲਾਂ ਆ ਸਕਦੀ। ਵੈਸੇ ਇੰਦਰਪ੍ਰੀਤ ਜੀ, ਦੇਵ ਮਾਨ ਨੇ ਬਹੁਤ ਗਲਤ ਸਮਾਂ ਚੁਣਿਆ ਜਾਂ ਉਹਨਾਂ ਨੂੰ ਚੁਣ ਲਈ ਕਿਹਾ ਗਿਆ। ਦੇਖੋ, ਜਦੋਂ ਸੁਪਰੀਮੋ ਪਰੇਸ਼ਾਨੀ 'ਚ ਸੀਗੇ ਦਿੱਲੀ ਦੇ ਵਿੱਚ, ਔਰ ਦਿੱਲੀ ਦੇ ਵਿੱਚ ਬਹੁਤ ਸਾਰੀ ਲੀਡਰਸ਼ਿਪ ਅੰਦਰ ਦਿੱਤੀ ਹੋਈ ਆ, ਹੁਣ ਉਸ ਮੌਕੇ ਦੇ ਉੱਤੇ ਜੇਕਰ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੰਕਟ ਮੋਚਕ ਵਜੋਂ ਪੂਰੇ ਦੇਸ਼ ਵਿੱਚ ਘੁੰਮ ਰਹੇ ਸੀ ਤਾਂ ਉਹਨਾਂ ਦੀ ਤਾਕਤ ਅੱਗੇ ਨਾਲੋਂ ਵਧੀ ਹੋਈ ਸੀ। ਹੁਣ ਜੇਕਰ ਇਹ ਕਿਧਰੋਂ ਸੰਕੇਤ ਮਾਤਰ ਆਉਣ ਤੋਂ ਬਾਅਦ ਇੱਕ ਐਮਐਲਏ ਨੇ ਡਿਪਟੀ ਸੀਐਮ ਬਣਾਏ ਜਾਣ ਦੀ ਮੰਗ ਕੀਤੀ, ਇਹਦਾ ਮਤਲਬ ਉਹ ਸਿੱਧਾ ਹਿੱਟ ਕਰ ਰਹੇ ਸੀ ਮੁੱਖ ਮੰਤਰੀ ਦੀਆਂ ਪਾਵਰਾਂ ਤੇ। ਮੁੱਖ ਮੰਤਰੀ ਨੂੰ ਕਮਜ਼ੋਰ ਹੁੰਦਿਆਂ ਦੇਖਣਾ ਕੌਣ ਪਸੰਦ ਕਰੂਗਾ ਆਪਣੇ ਆਪ ਨੂੰ, ਜਦੋਂ ਕਿ ਉਹ ਅੱਗੇ ਨਾਲੋਂ ਵੱਡਾ ਕੱਦ ਵਧਾ ਚੁੱਕਿਆ। ਕੇਜਰੀਵਾਲ ਸਾਹਿਬ ਨਾਲੋਂ ਵੀ ਭਗਵੰਤ ਮਾਨ ਦੇਸ਼ ਦੇ ਸਿਆਸੀ ਸੀਨ ਦੇ ਵਿੱਚ ਵੱਡੇ ਮੰਨੇ ਜਾ ਰਹੇ ਸੀ, ਕਿਉਂਕਿ ਪੂਰੀ ਸਟੇਟ ਆਵਾਦੀ ਸਟੇਟ ਹੈ, ਔਰ ਜਿਹੜਾ ਲਹਿਜਾ ਹੁੰਦਾ ਗੱਲ ਕਰਨ ਦਾ, ਕਿਉਂਕਿ ਭਗਵੰਤ ਮਾਨ ਤਾਂ ਹੈ ਹੀ ਸਟੇਜ ਤੋਂ, ਔਰ ਜਦੋਂ ਵੱਖ-ਵੱਖ ਥਾਵਾਂ ਤੇ ਭੀੜ ਖਿੱਚਣ ਦੀ ਵਾਰੀ ਆਉਂਦੀ ਹੈ ਤਾਂ ਜਿਹੜਾ ਭੀੜ ਜ਼ਿਆਦਾ ਖਿੱਚਦਾ ਉਹ ਲੀਡਰ ਵੱਡਾ ਹੀ ਬਣ ਜਾਂਦਾ ਹੁੰਦਾ। ਸੋ ਮੈਨੂੰ ਲੱਗਦਾ ਕਿ ਇਹ ਅੰਦਰੂਨੀ ਲੜਾਈ ਦੇ ਵਿੱਚ ਵੀ ਕਿਸੇ ਦੇ ਰਗੜੇ ਜਾਣ ਦੀ ਗੱਲ ਹੋ ਸਕਦੀ ਆ। ਮੈਂ ਤੁਹਾਡੇ ਤੋਂ ਸਿਰਫ ਇਹ ਪੁੱਛਣਾ ਹੈ ਕਿ ਜਦੋਂ ਦੇਵ ਮਾਨ ਨੂੰ ਕੀ ਸਜ਼ਾ ਲੱਗ ਚੁੱਕੀ ਆ, ਦੇਵ ਮਾਨ ਹੁਣ ਸੀਨ ਦੇ ਵਿੱਚ ਜਿਸ ਤਰੀਕੇ ਨਾਲ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਸ਼ੀਤਲ ਉਂਗਰਾਲ ਤੋਂ ਲੈ ਕੇ ਹੋਰ ਇੱਕ ਐਮਐਲਏ ਦਾ ਜ਼ਿਕਰ ਆਉਂਦਾ ਰਿਹਾ, ਪਹਿਲਾਂ ਉਹ ਬਹੁਤ ਅਹਿਮ ਸੀ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਭਰੋਸੇ ਦਾ ਵੋਟ ਲੈਣ ਤੋਂ ਪਹਿਲਾਂ ਇੱਕ ਆਧਾਰ ਦਿੱਤਾ ਸੀਗਾ ਕਿ ਸਾਨੂੰ ਖਰੀਦ ਰਹੀ ਹੈ ਬੀਜੇਪੀ, ਤੁਹਾਨੂੰ ਯਾਦ ਹੋਣਾ ਆਪਰੇਸ਼ਨ ਲੋਟਸ। ਸੋ ਬਾਅਦ ਦੇ ਵਿੱਚ ਉਹਨਾਂ ਦੇ ਵੀ ਖੰਭ ਕੁਤਰੇ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖੀਏ ਕਿ ਇਹ ਅੰਦਰ ਜਿਹੜੀ ਟਸਲ ਹੈ, ਪੋਲਿਟਿਕਸ, ਸੱਤਾ ਦੀ, ਸਿਆਸਤ ਦੀ, ਪਾਵਰ ਦੀ ਅੰਦਰਲੀ ਟਸਲ ਹੈ, ਇਹ ਚੀਜ਼ਾਂ ਉੱਥੋਂ ਨਿਕਲਦੀਆਂ। ਦੇਵ ਮਾਨ ਏਡੀਆਂ ਕੱਚੀਆਂ ਗੋਲੀਆਂ ਤਾਂ ਖੇਡੇ ਨਹੀਂ ਕਿ ਆਪਣੇ ਆਪ ਉੱਠ ਕੇ ਬਾਹਰ ਆਏ ਤੇ ਉਹਨਾਂ ਨੇ ਆਣ ਕੇ ਕਹਿ ਦਿੱਤਾ ਜੀ ਡਿਪਟੀ ਸੀਐਮ ਲੱਗਣਾ ਚਾਹੀਦਾ। ਕੀ ਸੱਚਮੁੱਚ ਦਿੱਲੀ ਔਰ ਪੰਜਾਬ ਦੇ ਅੰਦਰ ਕੱਦ ਵਧਣ ਘਟਣ ਦੇ ਨਜ਼ਰੀਏ ਤੋਂ ਵੀ ਕੁਝ ਰੌਲੇ ਸੀ ਜੀ? ਰੰਧਾਵਾ ਸਾਹਿਬ, ਜਦੋਂ ਦਾ ਤੁਸੀਂ ਦੇਖੋ ਇਹ ਚੱਲ ਰਿਹਾ, ਦੇਵ ਮਾਨ ਸਾਹਿਬ ਹੋਰਾਂ ਦਾ ਬਿਆਨ ਆਇਆ ਸੀਗਾ, ਉਸ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਉਥਲ ਪੁਥਲ ਹੈਗੀ ਹੈ। ਖਾਸ ਤੌਰ ਤੇ ਜਿਹੜੇ ਦਲਿਤ ਸਮੁਦਾਇ ਦੇ ਜਿਹੜੇ ਵਿਧਾਇਕ ਹੈਗੇ ਨੇ, ਅਨੁਸੂਚਿਤ ਜਾਤੀਆਂ ਦੇ ਵਿਧਾਇਕ ਹੈਗੇ ਆ, ਉਹਨਾਂ ਨੂੰ ਆਪਾਂ ਪਹਿਲਾਂ ਵੀ ਇੱਕ ਵਾਰ ਡਿਸਕਸ ਕੀਤਾ ਸੀ ਕਿ ਉਹਨਾਂ 'ਚ ਇੱਕ ਪਰੇਸ਼ਾਨੀ ਜੀ ਹੈਗੀ ਹੈ, ਕਿਉਂਕਿ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਮਤਲਬ ਜਿਵੇਂ ਕਮਿਸ਼ਨ ਨੇ ਜਾਂ ਉਹਨਾਂ ਦੀਆਂ ਮੈਂਬਰਸ਼ਿਪਾਂ ਘਟਾਈਆਂ ਜਾ ਰਹੀਆਂ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਚੱਲ ਰਹੀਆਂ, ਤੇ ਨਾਲ ਦੀ ਨਾਲ ਹੁਣ ਇਸ ਤਰ੍ਹਾਂ ਦਾ ਇੱਕ ਚੀਜ਼ ਉਭਾਰਨਾ, ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ। ਸਿੱਧੀ ਜਿਹੜੀ ਭਗਵੰਤ ਮਾਨ ਦੀ ਪਾਵਰ ਹੈ, ਇਸ ਟਾਈਮ ਪਾਵਰਫੁਲ ਹੈ, ਉਹਦੀ ਪਾਵਰ ਨੂੰ ਘਟਾਉਣਾ, ਇਹ ਮੈਨੂੰ ਲੱਗਦਾ ਕਿ ਇਹ ਉਸ ਰਾਜਨੀਤੀ ਨਾਲ ਦੇਖਣੀ ਚਾਹੀਦੀ ਹੈ ਸਾਨੂੰ, ਕਿ ਇਹ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਨੇ ਬਿਆਨ ਵੈਸੇ ਹੀ ਦੇਤਾ। ਮੈਨੂੰ ਲੱਗਦਾ ਕਿ ਇਹ ਜਿਹੜੇ ਅਨੁਸੂਚਿਤ ਜਾਤੀ ਵਰਗ ਹੈ ਉਹਦੇ ਵੱਲੋਂ ਉਭਾਰੀ ਗਈ ਇੱਕ ਮਤਲਬ ਕਿ ਉਹਨਾਂ ਕਿ ਸ਼ਗੂਫਾ ਛੱਡਿਆ ਗਿਆ, ਔਰ ਉਹ ਕਿੰਨਾ ਕੁ ਹਾਈਲਾਈਟ ਹੁੰਦਾ ਹੈ, ਕਿੰਨਾ ਕੁ ਉਹਨੂੰ ਲੋਕ ਪਕੜਦੇ ਹੈ, ਇਹ ਸਾਰੀਆਂ ਚੀਜ਼ਾਂ ਉਸ ਦੇ ਉੱਤੇ ਨਿਰਭਰ ਕਰਦੀਆਂ। ਇਸ ਦੀ ਹੀ ਮਤਲਬ ਜਿਵੇਂ ਹੁਣ ਭਾਸਕਰ ਸਾਹਿਬ ਨੇ ਕਿਹਾ, ਕੋਈ ਸਵਾਲ ਛੱਡਿਆ ਉਹਨਾਂ ਨੇ, ਭਾਸਕਰ ਸਾਹਿਬ ਨੇ, ਵੀ ਉਹਨਾਂ ਦੀ ਗੱਡੀ ਵਾਪਸ ਲੈਣ ਦੀ ਗੱਲ ਹੋ ਰਹੀ ਹੈ, ਜਾਂ ਪ੍ਰਸ਼ਾਸਨ ਨੂੰ ਇੱਕ ਤਰ੍ਹਾਂ ਦੇ ਇੰਡੀਕੇਟ ਕੀਤਾ ਗਿਆ ਵੀ ਬਹੁਤਾ ਇਹਨਾਂ ਨੂੰ ਤਵੱਜੋ ਨਹੀਂ ਦੇਣੀ, ਜਾਂ ਉਹਨਾਂ ਨੂੰ ਮੀਟਿੰਗਸ 'ਚ ਨਹੀਂ ਬੁਲਾਇਆ ਜਾ ਰਿਹਾ। ਸੋ ਇਸ ਤਰ੍ਹਾਂ ਦੀ ਇੰਡੀਕੇਸ਼ਨ ਕਲੀਅਰ ਹੁੰਦੀਆਂ ਹੈ ਕਿ ਮੁੱਖ ਮੰਤਰੀ ਦਾ ਜਿਹੜਾ ਆਫਿਸ ਹੈ ਉਹਦੇ ਵੱਲੋਂ ਇਸ਼ਾਰਾ ਹੋ ਗਿਆ ਹੈ ਕਿ ਤੁਸੀਂ ਦੇਖੋ ਵੀ ਇਹਦੇ ਕੰਮ 'ਚ ਕੁਤਰੋ ਜਰਾ ਜ਼ਿਆਦਾ ਫੜਫੜਾ ਰਹੇ ਨੇ ਨਾ ਜਿਹੜੇ ਲੋਕ, ਉਹਨਾਂ ਨੂੰ ਨਾ ਮਤਲਬ ਦਿਓ ਇਹਨਾਂ ਨੂੰ ਡਿਪਟੀ ਸੀਐਮਸ਼ਿਪ, ਇਹੀ ਹੁੰਦਾ, ਹੋਰ ਕੀ ਦੇ ਦਿਓ ਜੀ, ਬਣਾ ਦਿਓ ਡਿਪਟੀ। ਇੱਕ ਗੱਲ ਹੈਗੀ ਹੈ ਰੰਧਾਵਾ ਜੀ, ਜਦ ਦੇਵ ਮਾਨ ਉਹਨਾਂ ਡਿਪਟੀ ਸੀਐਮ ਦੀ ਮੰਗ ਕਰਦੇ ਨੇ, ਔਰ ਦੇਵ ਮਾਨ ਉਹਨਾਂ ਦੇ ਬਾਰੇ ਅਕਸਰ ਪਾਰਟੀ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦਰਬਾਰ ਦੇ ਵਿੱਚ, ਯਾਨੀ ਆਮ ਆਦਮੀ ਪਾਰਟੀ ਦਾ ਦਿੱਲੀ ਦਰਬਾਰ, ਉਹਨਾਂ ਦਾ ਬੇਰੋਕ ਟੋਕ ਆਣਾ ਜਾਣਾ ਹੁੰਦਾ ਸੀਗਾ। ਫਿਰ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਉਹਨਾਂ ਨੇ ਡਿਪਟੀ ਸੀਐਮ ਦੀ ਮੰਗ ਕੀਤੀ, ਕਿਸੇ ਦੇ ਕਹਿਣ ਤੇ ਕੀਤੀ, ਇਹ ਵੀ ਇੱਕ ਸਵਾਲ ਹੈ। ਔਰ ਮੁੱਖ ਮੰਤਰੀ ਉਹਨਾਂ ਦੇ ਉੱਤੇ ਸਿੱਧਾ ਅਟੈਕ ਸੀਗਾ, ਕਿਉਂਕਿ ਮੁੱਖ ਮੰਤਰੀ ਉਹਨਾਂ ਦੀ ਪਾਵਰ ਡਿਪਟੀ ਸੀਐਮ ਲਾਉਣ ਤੋਂ ਬਾਅਦ ਡਾਇਲਿਊਟ ਹੁੰਦੀ ਹੈ। ਔਰ ਨਾਲ ਦੇ ਨਾਲ ਅਗਲੇ ਦਿਨ ਹੀ ਗਿਆਸਪੁਰਾ ਸਾਹਿਬ, ਜਿਹੜੇ ਲੁਧਿਆਣੇ ਦੇ ਗਿਆਸਪੁਰਾ ਤੋਂ ਐਮਐਲਏ ਹੈਗੇ ਨੇ, ਉਹਨਾਂ ਨੇ ਕਿਹਾ ਸਾਨੂੰ ਤੇ ਆਪਣੇ ਮੁੱਖ ਮੰਤਰੀ ਦੇ ਵਿੱਚ ਦਲਿਤ ਚਿਹਰਾ ਲੱਗਦਾ, ਜਿੰਨੇ ਕੋ ਕੰਮ ਸਾਡੇ ਮੁੱਖ ਮੰਤਰੀ ਦਲਿਤਾਂ ਵਾਸਤੇ ਕਰਦੇ ਆ, ਉਹ ਤੇ ਕੋਈ ਦਲਿਤ ਮੁੱਖ ਮੰਤਰੀ ਵੀ ਨਹੀਂ ਕਰ ਸਕਦਾ, ਇਸ ਕਰਕੇ ਕੋਈ ਲੋੜ ਹੀ ਨਹੀਂ ਹੈ ਦਲਿਤ ਮੁੱਖ ਮੰਤਰੀ ਦੀ। ਇਹ ਜਿਹੜੀ ਬਿਆਨਬਾਜ਼ੀ ਜਿਹੜੀ ਸ਼ੁਰੂ ਹੋਈ ਹੈ, ਇਹਦੇ ਪਿੱਛੇ ਪਾਵਰ ਸੈਂਟਰ ਪੰਜਾਬ ਦੇ ਵਿੱਚ 2 ਨੇ, ਜਿਹਦੀ ਗੱਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਵਾਰ ਕੀਤੀ ਹੈ। ਕਿਤੇ ਉਹ 2 ਪਾਵਰ ਸੈਂਟਰ ਕਰਕੇ ਤੇ ਇਹ ਗੱਲਾਂ ਨਹੀਂ ਹੋ ਰਹੀ, ਇਹ ਵੀ ਇੱਕ ਸਵਾਲ ਹੈਗਾ। ਨਹੀਂ ਫਿਰ ਇਹਦਾ ਮਤਲਬ ਜਿਹੜਾ ਪਾਵਰ ਸੈਂਟਰ ਜ਼ਿਆਦਾ ਤਗੜਾ ਹੈ
ਉਹਨੇ ਫਿਰ ਦੂਜੇ ਨੂੰ ਨੁਕਰੇ ਲਾਤਾ। ਜੇ ਇੰਜ ਦੀ ਗੱਲ ਆ, ਜੇ ਇੰਜ ਦੀ ਗੱਲ ਆ, ਅਸੀਂ ਫਿਰ ਵੈਸੇ ਸਾਡੀ ਜੌਬ ਬੜੀ ਥੈਂਕਲੈਸ ਆ ਦੋਸਤੋ। ਅਸੀਂ ਜਦੋਂ ਕੋਈ ਵੀ ਗੱਲ ਕਰ ਰਹੇ ਹੁੰਦੇ ਆ, ਉਹ ਕਿਤੇ ਨਾ ਕਿਤੇ ਤਾਂ ਹਿੱਟ ਕਰਦੀ ਹੈ। ਕਿਸੇ ਵੀ ਵਿਅਕਤੀ ਬਾਰੇ ਕੋਈ ਲਫ਼ਜ਼ ਬੋਲਿਆ ਜਾਣਾ, ਜੇ ਚੰਗਾ ਬੋਲ ਦਈਏ ਤਾਂ ਉਹਨੂੰ ਬਹੁਤ ਹੀ ਬਿਹਤਰ ਲੱਗਦਾ ਹੈ, ਕਦੇ ਪਰ ਕਿਸੇ ਨੇ ਧੰਨਵਾਦ ਤੇ ਕੀਤਾ ਨਹੀਂ। ਪਰ ਜੇ ਕਿਸੇ ਨੂੰ ਝਟਕਾ ਲੱਗ ਰਿਹਾ ਹੋਵੇ ਕਿਸੇ ਸੱਚੇ ਲਫ਼ਜ਼ ਨਾਲ ਵੀ, ਤਾਂ ਉਹਨੂੰ ਤਕਲੀਫ ਬਹੁਤ ਜਾਗਦੀ ਹੈ। ਕਦੇ ਕਦੇ ਤੇ ਇੰਜ ਲੱਗਦਾ ਵੀ ਬਲੌਗ ਜੇ ਕਰਿਆ ਕਰੀਏ ਆਪਾਂ, ਕੁਛ ਨਾ ਕੁਛ ਸਾਹਿਤਕਾਰਾਂ ਨਾਲ ਕਵਿਤਾ ਕੁਵਿਤਾ ਸੁਣਾਇਆ ਕਰੀਏ। ਅੰਦਰਪ੍ਰੀਤ ਜੀ ਅੱਗੇ ਆਉਂਦੇ। ਵੈਸੇ ਜਦੋਂ ਮੁੱਖ ਮੰਤਰੀ ਦਫ਼ਤਰ ਦੀ ਗੱਲ ਹੋ ਰਹੀ ਹੈ ਨਾ, ਹਾਂ ਭਾਸਕਰ ਸਾਹਿਬ ਜੀ, ਇਹਨਾਂ ਸਾਰੀ ਗੱਲਾਂ ਦੇ ਵਿੱਚ ਇੱਕ ਰੰਧਾਵਾ ਜੀ ਬੜੀ ਇੰਟਰਸਟਿੰਗ ਗੱਲ ਨਿਕਲ ਕੇ ਆ ਰਹੀ ਹੈ। ਜਦ ਲੁਧਿਆਣਾ ਦੇ ਵਿੱਚ ਦਿੱਲੀ ਤੋਂ ਭੇਜੀ ਹੋਈ ਫਲਾਈਂਗ ਸਕੁਆਡ ਜਿਹੜੀ ਉਹ ਬਲਾਕ ਪ੍ਰਧਾਨਾਂ ਦਾ ਇੱਕ ਇੰਟਰਵਿਊ ਜਾਂ ਲੈਂਦੀ ਹੈ, ਫੀਡਬੈਕ ਜਾਂ ਲੈਂਦੀ ਹੈ, ਉਹਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਆਈ ਕਿ ਲੋਕ ਸਭਾ ਦੇ ਵਿੱਚ ਲੁਧਿਆਣੇ ਤੋਂ ਕੋਈ ਅਕਾਲੀ ਵੱਡਾ ਲੀਡਰ ਐਤਕੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋ ਸਕਦਾ ਹੈ। ਇੱਦਾਂ ਦਾ ਐਕਸਪੀਰੀਅੰਸ ਉਹਨਾਂ ਨੇ ਜਲੰਧਰ ਕੀਤਾ, ਜਦ ਸੁਸ਼ੀਲ ਰਿੰਕੂ ਉਹਨਾਂ ਨੂੰ ਕਾਂਗਰਸ ਛਡਾ ਕੇ ਆਪ ਜੁਆਇਨ ਕਰਾਈ ਔਰ ਜਿਤਾਤਾ। ਹੁਣ ਉਹ ਲੁਧਿਆਣੇ ਦੇ ਵਿੱਚ ਵੱਡਾ ਲੀਡਰ ਕੌਣ ਹੈ, ਵੱਡੇ ਲੀਡਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਨਾਂ ਧਿਆਨ ਵਿੱਚ ਆਏ, ਉਹ ਵੱਡਾ ਤੇ ਹੈਗਾ, ਪਰ ਆਮ ਆਦਮੀ ਪਾਰਟੀ ਦੀ ਟਿਕਟ ਜਿੱਤੂਗਾ ਕਿ ਨਹੀਂ ਜਿੱਤੂਗਾ। ਹੁਣ ਪਤਾ ਨਹੀਂ ਇਹ ਗੱਲ ਸਹੀ ਹੈ ਕਿ ਨਹੀਂ ਹੈ, ਸਾਨੂੰ ਨਹੀਂ ਪਤਾ। ਕਿ ਉਹ ਜਿਹੜੇ ਕਹਿੰਦੇ ਸੀਗੇ ਆਪਣੇ ਕੇਜਰੀਵਾਲ ਸਾਹਿਬ ਇਲੈਕਸ਼ਨ ਦੇ ਦੌਰਾਨ ਅਯਾਲੀ ਸਾਹਿਬ, ਉਹ ਸਾਹਿਬ ਤੇ ਨਹੀਂ ਹੁਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ। ਹਜੇ ਇਹ ਕਹਿਣਾ ਜਲਦੀ ਹੋਏਗਾ, ਪਰ ਇਸ ਚੀਜ਼ ਦੀ ਪੋਸੀਬਿਲਿਟੀ ਵੀ ਨਜ਼ਰ ਆ ਰਹੀ। ਦੇਖੋ, ਵਿਧਾਨ ਸਭਾ ਦੇ ਪਟਲ ਤੇ ਵੈਸੇ ਹਿੰਦੀ ਦੇ ਸ਼ਬਦ ਮੈਂ ਵੀ ਬੋਲਣ ਲੱਗ ਪਿਆ ਕਾਫੀ। ਵਿਧਾਨ ਸਭਾ ਦੇ ਫਲੋਰ ਤੇ ਮੁੱਖ ਮੰਤਰੀ ਸਾਹਿਬ ਬੜੀ ਵਾਰੀ ਅਯਾਲੀ ਜੀ ਬੈਠੇ ਨੇ। ਅਯਾਲੀ ਜੀ ਵੀ ਸਰਕਾਰ ਦੀਆਂ ਚੰਗੀਆਂ ਗੱਲਾਂ ਨੂੰ ਐਪਰੀਸ਼ੀਏਟ ਕਰਦੇ ਦਿਸਦੇ ਆ। ਸੋ ਇਕੁਏਸ਼ਨ ਤਾਂ ਬਣ ਰਹੀ ਆ, ਰਿਸ਼ਤੇ ਕਾਰਡੀਅਲ ਨੇ, ਰਿਸ਼ਤੇ ਕੋਈ ਖਰਾਬ ਨਹੀਂ, ਕੋਈ ਤਲਖੀਆਂ ਨਹੀਂ ਹੈਗੀਆਂ। ਭਾਵੇਂ ਉਹ ਅਕਾਲੀ ਦਲ ਦੇ ਹਾਊਸ ਦੇ ਲੀਡਰ ਨੇ, ਪਰ ਤੁਸੀਂ ਠੀਕ ਕਹਿ ਰਹੇ ਹੋ ਕਿ ਵੱਡੀ ਗੱਲ ਨਹੀਂ ਕਿ ਅਯਾਲੀ ਸਾਹਿਬ ਜਿਹੜੇ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਹੁੰਦਿਆਂ ਬਹੁਤ ਸਾਰੇ ਲੋਕਾਂ ਲਈ ਆਦਰਸ਼ ਸੀਗੇ। ਬੜੇ ਸਾਰੇ ਦੇਸ਼ ਦੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਮੈਂਬਰ ਆਉਂਦੇ ਹੁੰਦੇ ਸੀ ਉਹਨਾਂ ਦਾ ਕੰਮ ਦੇਖਣ, ਛੱਪੜਾਂ ਵਾਲਾ ਦੂਜਾ ਤੀਜਾ। ਵੱਡੀ ਗੱਲ ਨਹੀਂ ਕਿ ਅਯਾਲੀ ਸਾਹਿਬ ਅਗਲੀ ਵਾਰੀ ਪਾਰਲੀਮੈਂਟ 'ਚ ਦਿਸਣ ਤੇ ਲੋਕ ਕਹਿਣ ਕਿ ਜਿਹੜੇ ਬੰਦੇ ਲੜਦੇ ਨੇ ਅਸੂਲਾਂ ਵਾਲੇ ਹੁੰਦੇ ਆ, ਤੇ ਉਹ ਫਿਰ ਕਿਤੇ ਨਾ ਕਿਤੇ ਪਹੁੰਚ ਜਾਂਦੇ। ਇੰਦਰਪ੍ਰੀਤ ਜੀ ਅੱਗੇ ਵਧੀਏ, ਆਪਾਂ ਮੁੱਖ ਮੰਤਰੀ ਦਫ਼ਤਰ 'ਚ ਚੱਲੀਏ। ਮੁੱਖ ਮੰਤਰੀ ਦਫ਼ਤਰ ਦੇ ਵਿੱਚ ਅੱਜ ਗਹਿਮਾ ਗਹਿਮੀ ਆ। ਮੁੱਖ ਮੰਤਰੀ ਦੇ ਨਾਲ ਪਹਿਲੇ ਦਿਨ ਤੋਂ ਖਟਕੜ ਕਲਾਂ ਤੋਂ ਜਿਹੜਾ ਵਿਅਕਤੀ ਕੰਨ 'ਚ ਬਾਰ-ਬਾਰ ਫੂਕ ਮਾਰਨ ਵਾਲਾ ਸੀ, ਇਹ ਵੇਨੂ ਪ੍ਰਸ਼ਾਦ, ਸੀਨੀਅਰ IAS ਅਫਸਰ, ਐਡੀਸ਼ਨਲ ਚੀਫ ਸੈਕਟਰੀ, ਉਹ ਅੱਜ ਰਿਟਾਇਰ ਹੋਣਾ। ਉਹਨਾਂ ਨੇ ਕੋਈ ਗੱਲ ਹੀ ਨਹੀਂ ਕਰ ਰਿਹਾ। ਯਾਰ ਏਡਾ ਵੱਡਾ ਬੰਦਾ, ਏਡਾ ਔਰਾ, ਜੇ ਨਹੀਂ ਉਹ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਬਣਨਗੇ, ਸੁਰੇਸ਼ ਕੁਮਾਰ ਵਾਲੀ ਜੇ ਪੋਸਟ ਉਹ ਨਹੀਂ ਲੈ ਸਕਣਗੇ, ਫਿਰ ਵੀ ਕੀ ਆ, ਕਿਸੇ ਨਾ ਕਿਸੇ ਕਮਿਸ਼ਨ ਦੇ ਵਿੱਚ ਤਾਂ ਚਲੇ ਜਾਣਗੇ। ਬਸ ਇੱਥੇ ਵੀ ਇੱਕ ਝੋਲ ਹੁੰਦਾ। ਸਾਡੇ ਪੁਰਾਣੇ ਚੀਫ ਸੈਕਟਰੀ ਸਾਹਿਬ ਬੜੇ ਪਿਆਰੇ ਬੰਦੇ, ਜੰਜੂਆ ਸਾਹਿਬ, ਉਹ ਜਾਂਦੇ ਜਾਂਦੇ ਹੀ ਰਹਿ ਗਏ। ਇਹ ਮੁਹੂਰਤਾਂ ਦਾ ਵੀ ਹਿਸਾਬ ਕਿਤਾਬ ਹੁੰਦਾ ਹੈ, ਤੇ ਇਹ ਕਿਧਰੇ ਇੱਕ ਮੁਕੱਦਰ ਦੀ ਗੇਮ ਵੀ ਹੋ ਜਾਂਦੀ ਆ। ਪਰ ਖੈਰ, ਉਹਨਾਂ ਨੇ ਅੱਜ ਇਹ ਵੇਨੂ ਪ੍ਰਸ਼ਾਦ ਸਾਹਿਬ ਨੇ, ਜਿਹੜੇ ਸਦਾ ਅੱਧੇ ਝੁਕੇ ਹੀ ਦੇਖਦੇ ਸੀ ਮੁੱਖ ਮੰਤਰੀ ਦੀ ਕੁਰਸੀ ਵਾਲੇ ਪਾਸੇ ਨੂੰ, ਉਹਨਾਂ ਨੇ ਅੱਜ ਇਹ ਚਲੇ ਜਾਣਾ। ਕੀ ਇਸ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਜਿਹੜੇ ਨੈਕਸਟ ਟੂ ਇਹ ਵੇਨੂ ਪ੍ਰਸ਼ਾਦ, ਰਵੀ ਭਗਤ ਜੀ IAS ਅਫਸਰ, ਉਹ ਅਹੁਦਾ ਸੰਭਾਲ ਲੈਣਗੇ। ਗੁਰਕੀਰਤ ਕਿਰਪਾਲ ਜਿਹੜੇ ਕਿ ਹੁਣੇ ਹੀ ਗ੍ਰਹਿ ਦੇ ਸਕੱਤਰ ਲਾਏ ਗਿਆ, ਪ੍ਰਿੰਸੀਪਲ ਸੈਕਟਰੀ ਲਾਏ ਗਿਆ, ਉਹ ਵੀ ਹੋ ਸਕਦੇ ਆ। ਕੀ ਉਹਨਾਂ ਦੇ ਨਾਲ ਨਾਲ ਕ੍ਰਿਸ਼ਨ ਕੁਮਾਰ, ਜਿਨ੍ਹਾਂ ਦਾ ਨਾਂ ਇਮਾਨਦਾਰੀ ਦੇ ਵਿੱਚ ਬਹੁਤ ਬੋਲਦਾ, ਉਹ ਵੀ ਹੋ ਸਕਦੇ ਆ। ਕੀ ਕੈਪ ਸਿਨਹਾ, ਜਿਹੜੇ ਅਕਸਰ ਇਹਨਾਂ ਮਾਮਲਿਆਂ ਦੇ ਵਿੱਚ ਅਕਸਰ ਉਹਨਾਂ ਦਾ ਨਾਂ ਆ ਜਾਂਦਾ ਵੀ ਉਹ ਵੀ ਆ ਰਹੇ, ਉਹਨਾਂ ਦਾ ਨਾਮ ਹੀ ਹੋ ਸਕਦਾ। ਔਰ ਇਹਦੇ ਨਾਲ ਨਾਲ VK ਸਿੰਘ ਜਿਹੜੇ ਕਿ ਬਾਹਰ ਨੇ, ਡੈਪੂਟੇਸ਼ਨ ਤੇ ਨੇ, ਕੀ ਉਹਨਾਂ ਨੂੰ ਵੀ ਲਿਆਂਦਾ ਜਾ ਸਕਦਾ, ਉਹ ਵੀ ਪੰਜਾਬ ਦੇ ਵਿੱਚ ਪੋਸਟਿੰਗ ਲਈ ਅਵੇਲੇਬਲ ਆ। ਅਗਰਵਾਲ ਸਾਹਿਬ ਵੀ ਹੋ ਸਕਦੇ ਆ, ਉਹ ਵੀ ਸੀਨੀਅਰ ਨੇ। ਪਰ ਕੀ ਚੀਫ ਸੈਕਟਰੀ ਤੋਂ ਕੋਈ ਸੀਨੀਅਰ ਲੱਗ ਸਕਦਾ, ਅਨੁਰਾਗ ਵਰਮਾ ਤੋਂ ਸੀਨੀਅਰ ਕਿਸੇ ਨੂੰ ਲਾਇਆ ਜਾਊਗਾ? ਕੀ ਇਸ ਤਰ੍ਹਾਂ ਦੀ ਰਵਾਇਤ ਹੈ? ਇਹ ਸਾਰੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਅੱਜ ਦੀ ਸਥਿਤੀ, ਅੱਜ ਦਾ ਸੀਨ, ਤੁਹਾਨੂੰ ਚਾਹ ਤੇ ਸੱਦਿਆ ਵੈਸੇ ਉਹਨਾਂ ਨੇ ਕਿ ਨਹੀਂ ਮਾੜਾ ਮੋਟਾ? ਨਹੀਂ, ਅੱਜ ਤਾਂ ਹਜੇ ਜਾਵਾਂਗੇ ਜ਼ਰੂਰ ਉਹਨਾਂ ਨਾਲ, ਕਿਉਂਕਿ ਅੱਜ ਉਹਨਾਂ ਨੇ ਰਿਟਾਇਰ ਹੋਣਾ ਹੈ ਤੇ ਲਾਸਟ ਵਰਕਿੰਗ ਡੇ ਉਹਨਾਂ ਦਾ, ਤਾਂ ਮਿਲਾਂਗੇ ਤਾਂ ਜ਼ਰੂਰ ਉਹਨਾਂ ਨੂੰ। ਵੈਸੇ ਤਾਂ ਰੋਜ਼ ਹੀ ਮਿਲਦੇ ਰਹੀਦਾ ਹੈ, ਫੋਨ ਤੇ ਵੀ ਅਵੇਲੇਬਲ ਹੀ ਰਹਿੰਦੇ ਆ ਉਹ ਹਮੇਸ਼ਾ, ਪਰ ਅੱਜ ਜ਼ਰੂਰ ਉਹਨਾਂ ਨੂੰ ਮਿਲ ਕੇ ਆਵਾਂਗੇ ਤੇ ਪਤਾ ਕਰਾਂਗੇ ਕਿ ਉਹਨਾਂ ਦਾ ਅਗਲੀ ਰਣਨੀਤੀ ਕੀ ਹੈਗੀ ਹੈ। ਪਰ ਜਿੱਥੇ ਤੱਕ ਲੱਗ ਰਿਹਾ ਹੈ ਕਿ ਉਹ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਸਪੈਸ਼ਲ ਚੀਫ ਸੈਕਟਰੀ ਜਿਹੜਾ ਉਹਨੂੰ ਟੂ CM ਜਾਂ CPS ਜਿਹੜਾ ਬਣਾਉਣ ਦਾ ਹੈਗਾ ਸੀ, ਉਹ ਬਣਾਇਆ ਜਾ ਸਕਦਾ। ਪਰ ਉਹ ਕਿਉਂਕਿ ਕੈਬਨਿਟ ਮੀਟਿੰਗ ਹੋ ਗਈ ਹੈ, ਉਸ 'ਚ ਆਇਆ ਨਹੀਂ ਇਹ, ਤਾਂ ਮੇਰਾ ਖਿਆਲ ਹੈ ਕਿ ਸ਼ਾਇਦ ਗਵਰਨਮੈਂਟ ਇਹ ਪੋਸਟ ਨਹੀਂ ਕ੍ਰੀਏਟ ਕਰਨਾ ਚਾਹੁੰਦੀ ਜਿਹੜੀ ਪਿਛਲੀ ਸਰਕਾਰ ਵੇਲੇ ਸੁਰੇਸ਼ ਕੁਮਾਰ ਕੋਲ ਸੀ। ਉਹ ਮੈਨੂੰ ਲੱਗਦਾ ਕਿ ਨਹੀਂ ਹੋਏਗੀ।
ਸੋ ਇਸ ਦੇ ਵਿੱਚ ਇੱਕੋ ਰਾਹ ਰਹਿ ਜਾਂਦਾ ਫਿਰ ਕਿ ਜਿਹੜੇ ਕਮਿਸ਼ਨ ਖਾਲੀ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਐਡਜਸਟ ਕੀਤਾ ਜਾਏ। ਜਿਵੇਂ ਆਰਟੀਐਸ ਖਾਲੀ ਹੈ ਪਿਆ, ਔਰ ਆਰਟੀਆਈ ਵਾਲਾ ਵੀ ਜਿਹੜਾ ਹੈਗਾ ਉਹ ਅਗਸਤ ਸਤੰਬਰ ਤੱਕ ਖਾਲੀ ਹੋ ਜਾਣਾ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਕਮਿਸ਼ਨ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਐਡਜਸਟ ਕੀਤੇ ਜਾ ਸਕਦੇ ਆ। ਹੁਣ ਹੈ ਕਿ ਉਹਨਾਂ ਦੀ ਜਗ੍ਹਾ ਤੇ ਕੌਣ, ਅਜੇ ਤੱਕ ਇਸ ਦੇ ਉੱਤੇ ਕੋਈ ਗੱਲ ਚੱਲ ਨਹੀਂ ਰਹੀ ਹੈ ਵੀ ਕੋਈ, ਕਿਉਂਕਿ ਇਹ ਸਰਕਾਰ ਦੇ ਵਿੱਚ ਦਿੱਕਤ ਇਹ ਹੋ ਰਹੀ ਹੈ ਕਿ ਇਹ ਫੈਸਲੇ ਵੀ ਜਿਹੜੇ ਹੈਗੇ ਉਹ ਦਿੱਲੀ ਤੋਂ ਲਏ ਜਾ ਰਹੇ ਆ, ਇੱਥੇ ਨਹੀਂ ਲਏ ਜਾ ਰਹੇ। ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਇਹ ਘੱਟੋ ਘੱਟ ਸੀਗਾ ਵੀ ਬੇਸ਼ੱਕ ਕਾਂਗਰਸ ਦੀ ਵੀ ਹਾਈ ਕਮਾਂਡ ਹੈਗੀ ਸੀ ਉੱਥੇ, ਪਰ ਉਹ ਡੇ ਟੂ ਡੇ ਅਫੇਅਰਸ 'ਚ ਜਾਂ ਮੁੱਖ ਮੰਤਰੀ ਦੇ ਆਫਿਸ 'ਚ ਉਹ ਇੰਟਰਫੇਅਰ ਨਹੀਂ ਸੀ ਕਰਦੇ। ਉਹ ਜੋ ਫੈਸਲਾ ਲੈਣਾ ਸੀ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਲੈਂਦੇ ਸੀ, ਕਿਹਨੂੰ ਰੱਖਣਾ ਕਿਹਨੂੰ ਨਹੀਂ ਰੱਖਣਾ, ਇਹ ਉਹਨਾਂ ਦਾ ਮਤਲਬ ਸੀਗਾ ਫੈਸਲਾ। ਪਰ ਇਸ ਸਰਕਾਰ ਦੇ ਵਿੱਚ ਦਿੱਲੀ ਦੀ ਇੰਟਰਫੇਰੈਂਸ ਹੈਗੀ ਹੈ, ਸੋ ਸੀਐਮ ਸਾਹਿਬ ਉਹਨਾਂ ਨਾਲ ਕੰਸਲਟ ਕਰਕੇ ਹੀ ਕੋਈ ਨਾ ਕੋਈ ਫੈਸਲਾ ਲੈਣਗੇ। ਤੇ ਰਵਾਇਤ ਇਹੀ ਹੈ ਕਿ ਬਈ ਜਦ ਆਮ ਤੌਰ ਤੇ ਹੁੰਦਾ, ਜਦੋਂ ਸੁਰੇਸ਼ ਕੁਮਾਰ ਜੀ ਬਣੇ ਸੀਗੇ 2002 ਵਾਲੀ ਗਵਰਨਮੈਂਟ 'ਚ, ਉਦੋਂ ਵੀ ਇਹੀ ਸੀਗਾ। ਉਦੋਂ ਸਿਨਹਾ ਸਾਹਿਬ ਰਿਟਾਇਰ ਹੋਏ ਸੀ ਤਾਂ ਉਹਨਾਂ ਨੂੰ ਅੱਗੇ ਫਿਰ ਪ੍ਰਿੰਸੀਪਲ ਸੈਕਟਰੀ ਲਗਾਇਆ ਸੀਗਾ। ਹੁਣ ਵੀ ਸੰਭਾਵਨਾ ਇਸ ਗੱਲ ਦੀ ਹੋ ਸਕਦੀ ਹੈ ਕਿ ਉਹਨਾਂ ਤੋਂ ਬਾਅਦ ਜਿਹੜੇ ਸੈਕੰਡ ਇਨ ਕਮਾਂਡ ਹੈਗੇ ਆ ਰਵੀ ਭਗਤ ਜੀ, ਉਹਨਾਂ ਨੂੰ ਅੱਗੇ ਕਰਤਾ ਜਾਏ। ਕਾਫੀ ਤਜਰਬਾ ਵੀ ਹੋ ਗਿਆ ਉਹਨਾਂ ਨੂੰ, ਤੇ ਉਹਨਾਂ ਨੂੰ ਅੱਗੇ ਕੀਤਾ ਜਾਏ। ਇਹ ਚੱਲ ਰਹੀ ਹੈ ਗੱਲ। ਸੋ ਦੂਜੀ ਗੱਲ ਜਿਹੜੀ ਹੈਗੀ ਹੈ, ਤੁਸੀਂ ਕਿਹਾ ਜੰਜੂਆ ਸਾਹਿਬ ਦੀ, ਜੰਜੂਆ ਸਾਹਿਬ ਦਾ ਵੀ ਬਿਲਕੁਲ ਠੀਕ ਹੈ। ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਪੀਪੀਐਸਸੀ ਦਾ ਚੇਅਰਮੈਨ ਲਗਾਇਆ ਜਾਏਗਾ, ਕਿਉਂਕਿ ਆਖਰੀ ਦਿਨ ਤੇ ਉਹ ਲਾਈ ਸੀ ਅਰਜੀ ਆਪਣੀ ਕਿ ਮੈਂ ਵੀ ਲਾਈਨ ਦੇ ਵਿੱਚ ਹੈਗਾ, ਤੇ ਚੇਅਰਮੈਨ ਪਦ ਵੀ ਕਾਫੀ ਟਾਈਮ ਤੋਂ ਖਾਲੀ ਪਿਆ ਹੈ। ਤੇ ਉਸ ਦੇ ਉੱਤੇ ਹੁਣ 1 ਮਹੀਨਾ ਹੋ ਗਿਆ, ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਇੱਕ ਵੀ ਮੀਟਿੰਗ ਨਹੀਂ ਹੋਈ। ਸੋ ਐਂ ਲੱਗ ਰਿਹਾ ਜਿਵੇਂ ਇਹ ਵੀ ਜਿਹੜੀ ਪੋਸਟ ਹੈ ਉਹਨਾਂ ਨੂੰ ਦੇਣ 'ਚ ਢਿੱਲ ਮੱਠ ਵਰਤੀ ਜਾ ਰਹੀ ਹੈ। ਇਹ ਹੁਣ ਦੇਖਣਾ ਹੈ ਕਿ ਕਦੋਂ ਐਕਸਪੀਡਾਈਟ ਹੋਏਗਾ, ਕਿਉਂਕਿ ਹੁਣ 2 ਪੋਸਟਾਂ 2 ਵੱਡੇ ਅਫਸਰ ਇਹ ਖਾਲੀ ਹੋ ਗਈਆਂ ਨੇ, ਤੇ ਇਹਨਾਂ ਦੇ ਉੱਤੇ ਕਿਹਨੂੰ ਲਗਾਇਆ ਜਾਣਾ ਹੈ, ਇਹ ਬਹੁਤ ਇੰਟਰਸਟਿੰਗ ਹੋਗਾ। ਚੰਗਾ ਹੁੰਦਾ ਜੇ ਤੁਸੀਂ ਜੰਜੂਆ ਸਾਹਿਬ ਨੂੰ ਸਵੇਰੇ ਸਵੇਰੇ ਫੋਨ ਮਾਰ ਲੈਂਦੇ। ਅੱਜ ਕੱਲ ਤਾਂ ਫੋਨ ਵੀ ਬਹੁਤ ਘੱਟ ਆਉਂਦੇ ਹੋਣੇ ਆ। ਜਦੋਂ ਅਹੁਦਾ ਚਲੇ ਜਾਂਦਾ ਬਾਅਦ ਚ ਕਿੱਥੇ ਕੋਈ ਪਿੱਛੇ ਮੁੜਦਾ ਹੈ, ਸਾਡੇ ਵਰਗੇ ਵੀ ਕਿੱਥੇ ਜਾਂਦੇ ਨੇ। ਪਰ ਸਵਾਲ ਇਹ ਆ ਵੀ ਕਿਸੇ ਵੇਲੇ ਕਹਿੰਦੇ ਹੁੰਦੇ ਨਾ ਵੀ ਸ਼ਾਹ ਵੇਲਿਓਂ ਵੀ ਗਈ, ਗੋਲਾਂ ਤੋਂ ਵੀ ਗਈ ਤੇ ਸ਼ਾਹ ਵੇਲਿਓਂ ਵੀ ਗਈ। ਉਹ ਪਤਾ ਲੱਗਿਆ ਵੀ ਜੰਜੂਆ ਸਾਹਿਬ ਚਾਹੁੰਦੇ ਸੀ ਕਿ ਕਿੱਥੇ ਐਵੇਂ ਪਬਲਿਕ ਸਰਵਿਸ ਕਮਿਸ਼ਨ 'ਚ ਫਸੇ ਰਵਾਂਗੇ, 2 ਸਾਲ ਹੀ ਹੁੰਦਾ ਉਹਦਾ, ਕੋਈ 5 ਸਾਲ ਵਾਲਾ ਦਿਓ। ਉਹਨਾਂ ਦੀ ਨਜ਼ਰ ਕਿਤੇ ਹੋਰ ਸੀ, ਤੇ ਦਿਨ ਲੰਘਦੇ ਗਏ ਤੇ ਫਿਰ ਜਿਹੜੀ ਉਹ ਪਹਿਲ ਤਾਜ਼ਗੀ ਹੁੰਦੀ ਰਿਸ਼ਤਿਆਂ ਦੀ ਉਹ ਘਟਦੀ ਗਈ। ਉਹਨਾਂ ਦੀ ਜਗ੍ਹਾ ਲੈਣ ਵਾਲੇ ਹੋਰ ਆ ਗਏ। ਹੁਣ ਕੌਣ ਪੁੱਛਦਾ ਹੈ, ਗਾਂਹ ਤੁਰ ਗਿਆ ਨੂੰ ਪਾਣੀ ਵਹਿ ਗਏ। ਚਲੋ ਭਾਸਕਰ ਸਾਹਿਬ, ਵੈਸੇ ਇਹਨਾਂ ਅਹੁਦਿਆਂ ਦੇ ਉੱਤੇ ਆਮ ਤੌਰ ਤੇ ਵਿਵਾਦਤ ਅਫਸਰ ਨਾ ਹੋਣ ਮੁੱਖ ਮੰਤਰੀ ਦੀ ਤਰਜੀਹ ਹੁੰਦੀ ਹੈ। ਆਉਂਦੇ ਦਿਨਾਂ ਦੇ ਵਿੱਚ ਜਿਨ੍ਹਾਂ ਅਫਸਰਾਂ ਨਾਲ ਸੰਬੰਧਿਤ ਕੋਈ ਵਿਵਾਦ ਪੈਦਾ ਹੋ ਸਕਦੇ ਹੋਣ, ਕਿਧਰੇ ਕੋਈ ਜਾਂਚਾਂ ਜਾਂ ਬਾਕੀ ਚੀਜ਼ਾਂ ਜਿਹੜੀਆਂ ਮੁੱਖ ਮੰਤਰੀ ਦਫ਼ਤਰ ਨੂੰ ਵੀ ਅਸਰਅੰਦਾਜ਼ ਕਰ ਸਕਦੀਆਂ ਹੋਣ, ਉਹ ਨਾ ਹੋਣ। ਜਿਨ੍ਹਾਂ ਦਾ ਦਾਗਦਾਰ ਨਾ ਹੋਵੇ, ਜਿਹੜੇ ਕਲੀਨ ਛਵੀ ਵਾਲੇ ਹੋਣ, ਸਾਫ਼ ਇਮੇਜ ਵਾਲੇ ਹੋਣ, ਉਹਨਾਂ ਨੂੰ ਅਕਸਰ ਲਾਇਆ ਜਾਂਦਾ ਹੈ। ਮੁੱਖ ਮੰਤਰੀ ਨੂੰ ਇਹ ਚੋਣ ਕਰਨੀ ਔਖੀ ਹੋਊਗੀ, ਪਰ ਅੱਜ ਸ਼ਾਮ ਤੱਕ ਕੋਈ ਫੈਸਲਾ ਹੋ ਜੂ, ਨਹੀਂ ਤੇ ਕੱਲ ਤੱਕ ਹੋ ਜਾਊਗਾ ਜੀ, ਹੋ ਤਾਂ ਜਾਣਾ ਹੈ। ਤੇ ਆਪਾਂ ਚੱਲੀਏ ਅੱਗੇ, ਤੁਸੀਂ ਇੱਥੇ ਕੋਈ ਟਿੱਪਣੀ ਦੇ ਦਿਓ। ਨਹੀਂ, ਜਿੱਥੇ ਤੱਕ ਜੰਜੂਆ ਸਾਹਿਬ ਦੀ ਗੱਲ ਬੜੀ ਇੰਟਰਸਟਿੰਗ ਹੈਗੀ ਆ। ਉਹਨਾਂ ਨੂੰ ਇੱਕ ਤਰੀਕੇ ਨਾਲ ਇਹ ਤੈਅ ਮੰਨਿਆ ਜਾ ਰਿਹਾ ਸੀਗਾ ਪੀਪੀਐਸਸੀ ਦਾ ਚੇਅਰਮੈਨ ਲਾਇਆ ਜਾਏਗਾ। ਪਹਿਲੇ ਉਹਨਾਂ ਦੀ ਐਕਸਟੈਂਸ਼ਨ ਦੀ ਚਿੱਠੀ ਦਿੱਲੀ ਵੱਲੋਂ ਨਹੀਂ ਆਈ, ਤੇ ਹੁਣ ਪੰਜਾਬ ਵੱਲੋਂ ਉਹ ਜਿਹੜੀ ਅਪਾਇੰਟਮੈਂਟ ਦੀ ਚਿੱਠੀ ਵੀ ਨਹੀਂ ਆ ਰਹੀ। ਇਹ ਆਪਣੇ ਆਪ ਵਿੱਚ ਥੋੜਾ ਜਿਹਾ ਲੱਗਦਾ ਹੈ। ਤੁਹਾਡੀ ਗੱਲ ਠੀਕ ਹੈ, ਜਦ ਪੁਲਾਂ ਤੋਂ ਥੱਲੋਂ ਪਾਣੀ ਬਹਿ ਜਾਂਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਮੱਛੀਆਂ ਗਿਣਦੇ ਰਹਿੰਦੇ ਨੇ। ਪਰ ਚਲੋ, ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਚਿੱਠੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਆਏਗੀ। ਤੇ ਚਲੋ, ਇਹ ਤੇ ਹੁਣ ਸਰਕਾਰ ਨੇ ਕੋਈ ਨਾ ਕੋਈ ਅਫਸਰ ਤੇ ਲਾਣਾ ਹੈ। ਹੁਣ ਉਹ ਅਫਸਰ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਉੜਦੀ ਗੱਲ ਸੁਣੀ ਸੀ ਕਿ ਮੁੱਖ ਮੰਤਰੀ ਚਾਹੁੰਦੇ ਨੇ ਕਿ ਉਹਨਾਂ ਦੇ ਨਾਲ ਕੋਈ ਸਿੱਖ ਅਫਸਰ ਲਾਇਆ ਜਾਏ ਬਤੌਰ ਪ੍ਰਿੰਸੀਪਲ ਸੈਕਟਰੀ। ਕਾਰਨ ਕਿ ਡੀਜੀਪੀ ਸਾਹਿਬ ਵੀ ਹਿੰਦੂ ਨੇ ਤੇ ਹੁਣ ਚੀਫ ਸੈਕਟਰੀ ਸਾਹਿਬ ਵੀ ਹਿੰਦੂ ਨੇ। ਪਰ ਚਲੋ, ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਪਤਾ ਨਹੀਂ। ਪਰ ਕਿਹਦਾ ਨੰਬਰ ਲੱਗਦਾ ਹੈ ਸ਼ਾਮ ਤੱਕ, ਇਸ ਗੱਲ ਦੀ ਮੈਨੂੰ ਲੱਗਦਾ ਹੈ ਕੋਈ ਨਾ ਕੋਈ ਡਿਸੀਜ਼ਨ ਜ਼ਰੂਰ ਹੋ ਜਾਏ, ਕਿਉਂਕਿ ਅਫਸਰ ਦੇ ਰਿਟਾਇਰਮੈਂਟ ਤੋਂ ਪਹਿਲੇ ਅਗਲਾ ਨਾ ਅੱਗੇ ਤੋਰਨਾ, ਉਹ ਦੁਪਹਿਰ ਤੱਕ 4 ਵਜੇ ਤੱਕ ਕੋਈ ਨਾ ਕੋਈ ਚਿੱਠੀ ਏਦਾਂ ਦੀ ਆ ਜਾਏ। ਵੈਸੇ ਗੁਰਕੀਰਤ ਕਿਰਪਾਲ ਮੋਟੇ ਤੌਰ ਤੇ ਮੰਨਿਆ ਜਾਂਦਾ ਹੈ ਕਿ ਜੇ ਉਹ ਨਾ ਉੱਧਰ ਜਾਂਦੇ ਜਾਂ ਉਹਨਾਂ ਨੂੰ ਗ੍ਰਹਿ ਦੇ ਵਿੱਚ ਪਹਿਲਾਂ ਨਾਂ ਲਾਇਆ ਜਾਂਦਾ ਤੇ ਉਹਨਾਂ ਦਾ ਨਾਂ ਕਾਫੀ ਅੱਗੇ ਸੀ। ਪਰ ਹੁਣ ਸਵਾਲ ਹੈ ਵੀ ਤੁਸੀਂ ਇੱਕ ਨਵਾਂ ਸਵਾਲ ਖੜਾ ਕਰਤਾ ਕਿ ਮੁੱਖ ਮੰਤਰੀ ਚਾਹੁੰਦੇ ਆ ਕਿ ਮੇਰੇ ਨਾਲ ਸਿੱਖ ਅਫਸਰ ਲਾਇਆ ਜਾਵੇ। ਲਾਉਣਾ ਹੀ ਮੁੱਖ ਮੰਤਰੀ ਸਾਹਿਬ ਨੇ ਆ, ਤੁਸੀਂ ਚਾਹਣਾ ਨਹੀਂ ਹੁੰਦਾ, ਤੁਸੀਂ ਕਰਨਾ ਹੁੰਦਾ, ਤੇ ਕਰ ਦਿਓ ਜੋ ਤੁਹਾਡਾ ਦਿਲ ਕਰਦਾ। ਚਲੋ ਅੱਗੇ ਚੱਲਦੇ ਆ। ਵੈਸੇ ਇਹ ਚਿੱਠੀ ਭਾਸਕਰ ਸਾਹਿਬ ਜੇ ਤੁਸੀਂ ਪੜ੍ਹ ਲਈ ਆ, PAU ਦੇ ਵਿਦਿਆਰਥੀਆਂ ਦੀ ਚਿੱਠੀ ਹੈ,
ਗਵਰਨਰ ਦੇ ਨਾਂ ਬੜੀ ਸੈਂਸਿਟਿਵ ਮਾਮਲਾ ਹੈ, ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਇਹਨੂੰ ਕਿਵੇਂ ਲਈਏ ਜਿਹਦੇ ਵਿੱਚ ਉਹਨਾਂ ਨੇ ਅਧਿਆਪਕਾਂ ਵੱਲੋਂ ਸ਼ੋਸ਼ਣ ਕਰਨ ਦਾ ਜ਼ਿਕਰ ਕੀਤਾ ਹੈ, ਤੇ ਇਹਦੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਕੀ ਕਹਿ ਰਿਹਾ? ਇਹ ਬੜੀ ਮੰਦਭਾਗੀ ਗੱਲ ਹੈਗੀ ਹੈ ਕਿ ਪੰਜਾਬ ਐਗਰੀਕਲਚਰ ਇੰਸਟੀਚਿਊਟ ਜਿਹੜਾ ਸਾਡੇ ਪੰਜਾਬ ਦੀ ਸ਼ਾਨ ਹੈ, ਉਹਦੇ ਵਿੱਚ ਅਗਰ ਸਟੂਡੈਂਟਸ ਦੇ ਨਾਲ ਇਦਾਂ ਦੀ ਚੀਜ਼ ਹੋ ਰਹੀ ਹੈ, ਔਰ ਕਿਉਂਕਿ ਇਸ ਲੈਟਰ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਇਹ ਸਾਰੀ ਸ਼ਿਕਾਇਤਾਂ ਪੀਏਯੂ ਦੀ ਅਥਾਰਟੀ ਇੰਕਲੂਡਿੰਗ ਵਾਈਸ ਚਾਂਸਲਰ ਸਾਹਿਬ ਨੂੰ ਵੀ ਕਰ ਦਿੱਤੀ ਗਈ ਹੈ, ਔਰ ਕਿਉਂਕਿ ਯੂਨੀਵਰਸਿਟੀ ਦੀ ਰੈਪੂਟੇਸ਼ਨ ਖਰਾਬ ਨਾ ਹੋਏ ਤੇ ਇਸ ਕਰਕੇ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ। ਹੁਣ ਇਹ ਚਿੱਠੀ ਲਿਖੀ ਹੈ ਗਵਰਨਰ ਸਾਹਿਬ ਨੂੰ, ਹਾਲਾਂਕਿ ਚਿੱਠੀ ਲਿਖਣ ਵਾਲਿਆਂ ਨੇ ਆਪਣਾ ਨਾਂ ਨਹੀਂ ਲਿਖਿਆ, ਨਾ ਲਿਖਣਾ ਵੀ ਨਹੀਂ ਚਾਹੀਦਾ ਸੀਗਾ, ਕਿਉਂਕਿ ਕਈ ਵਾਰ ਤੁਸੀਂ ਐਦਾਂ ਦੀ ਲੜਾਈ ਦੇ ਵਿੱਚ ਖੁਦ ਫਸ ਜਾਂਦੇ ਹੋ। ਹੁਣ ਇਹਦੇ ਉੱਤੇ ਗਵਰਨਰ ਸਾਹਿਬ ਕੀ ਡਿਸੀਜਨ ਲੈਂਦੇ ਨੇ? ਅਗਰ ਚਿੱਠੀ ਦੇ ਇੱਕ ਇੱਕ ਪੈਰੇ ਨੂੰ ਪੜੋ ਤੇ ਬੜੇ ਗੰਭੀਰ ਐਲੀਗੇਸ਼ਨ ਹੈਗੇ ਨੇ। ਜੇ ਕੁੜੀਆਂ ਦੀ ਔਰ ਬੇਟੀ ਬਚਾਓ ਬੇਟੀ ਪੜਾਓ ਮੋਦੀ ਸਾਹਿਬ ਦੀ ਜਿਹੜੀ ਸਕੀਮ ਹੈਗੀ ਹੈ ਜਾਂ ਜਿਹੜੀ ਯੋਜਨਾ ਹੈਗੀ ਹੈ, ਉਹਦੇ ਵਿੱਚ ਐਦਾਂ ਦਾ ਕੰਮ ਇੱਕ ਵੱਡੀ ਯੂਨੀਵਰਸਿਟੀ ਵਿੱਚ ਹੋ ਰਿਹਾ ਹੈ। ਸਭ ਤੋਂ ਪਹਿਲੇ ਤੇ ਇਹ ਸਾਰੇ ਐਲੀਗੇਸ਼ਨਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਹ ਮੰਗ ਉਹਨਾਂ ਸਟੂਡੈਂਟਸ ਦੀ ਵੀ ਹੈਗੀ ਹੈ। ਨਾਲ ਦੇ ਨਾਲ ਇਹ ਇਨਵੈਸਟੀਗੇਸ਼ਨ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਨਹੀਂ ਹੋਣੀ ਚਾਹੀਦੀ, ਕੋਈ ਇੰਡੀਪੈਂਡੈਂਟ ਏਜੰਸੀਜ਼ ਦੀ ਹੋਣੀ ਚਾਹੀਦੀ ਹੈ। ਔਰ ਜੇ ਕੋਈ ਪਾਇਆ ਜਾਂਦਾ ਹੈ ਦੋਸ਼ੀ ਤੇ ਫਿਰ ਉਹਦੇ ਖਿਲਾਫ ਐਕਸ਼ਨ ਲੈਂਦੀ। ਮੈਨੂੰ ਲੱਗਦਾ ਹੈ ਗਵਰਨਰ ਸਾਹਿਬ ਵੀ ਕੁਝ ਐਦਾਂ ਦੀ ਹੀ ਇੰਸਟਰਕਸ਼ਨ ਇਸ ਮੁੱਦੇ ਤੇ, ਕਿਉਂਕਿ ਉਹ ਚਾਂਸਲਰ ਵੀ ਹੈਗੇ ਨੇ ਉਸ ਯੂਨੀਵਰਸਿਟੀ ਦੇ, ਚਾਂਸਲਰ ਦੇ ਵਜੋਂ ਉਹਨਾਂ ਦਾ ਵੀ ਹੱਕ ਬਣਦਾ ਹੈ ਕਿ ਵਾਈਸ ਚਾਂਸਲਰ ਨੂੰ ਜਾਂ ਕਿਸੇ ਵੀ ਹੋਰ ਇੰਡੀਪੈਂਡੈਂਟ ਏਜੰਸੀ ਨੂੰ ਰਿਕਮੈਂਡ ਕਰ ਸਕਦੇ ਨੇ ਇਹਦੀ ਪ੍ਰੋਬ, ਔਰ ਇਹ ਹੋਣੀ ਵੀ ਚਾਹੀਦੀ ਹੈ। ਐਦਾਂ ਦੀ ਚਿੱਠੀ ਜੇ ਸਟੂਡੈਂਟਸ ਲਿਖਣ ਔਰ ਉਹਦੇ ਉੱਤੇ ਕੋਈ ਐਕਸ਼ਨ ਨਾ ਹੋਏ, ਇਹ ਆਪਣੇ ਆਪ ਵਿੱਚ ਬੜੀ ਮੰਦਭਾਗੀ ਗੱਲ ਹੈਗੀ। ਇੰਦਰਪ੍ਰੀਤ ਜੀ, ਕਾਫੀ ਅਹਿਮ ਮਾਮਲਾ ਹੈ, ਪਰ ਇਹਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਢੁਕਵੇਂ ਕਦਮ ਨਹੀਂ ਉਠਾਏ, ਇਹ ਮੰਨਿਆ ਜਾ ਰਿਹਾ। ਇਹਦੇ ਵਿੱਚ ਮਹਿਜ ਸਜ਼ਾ ਦੇ ਨਾਂ ਤੇ ਕਿਸੇ ਤੋਂ ਕੰਮ ਵਾਪਸ ਲੈ ਲੈਣਾ, ਕਲਾਸ ਵਾਪਸ ਲੈ ਲੈਣੀ, ਇਹ ਗੱਲ ਨਹੀਂ ਹੁੰਦੀ। ਮੈਨੂੰ ਜ਼ਰੂਰ ਕਿਉਂਕਿ ਜਦੋਂ ਅਸੀਂ ਕੁਸ਼ਤੀ ਸੰਘ ਦੇ ਪ੍ਰਧਾਨ ਦਾ ਜ਼ਿਕਰ ਕਰਦੇ ਹਾਂ, ਜਿਹਦਾ ਮਾਮਲਾ ਹੁਣ ਕੋਰਟ 'ਚ ਚੱਲ ਰਿਹਾ, ਜਦੋਂ ਉਹਨਾਂ ਬੱਚੀਆਂ ਨੇ ਆਪਣਾ ਸਟਰਗਲ ਜਿਹੜਾ ਉਹ ਜੰਤਰ ਮੰਤਰ ਤੇ ਲੈਣ ਦਾ ਸਾਰੇ ਦੇਸ਼ ਵਿੱਚ ਰੌਲਾ ਪਿਆ, ਇਸੇ ਤਰ੍ਹਾਂ ਦੇ ਇਹ ਮਾਮਲੇ ਨੇ। ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਸ਼ੋਸ਼ਿਤ ਕੀਤਾ ਜਾ ਰਿਹਾ ਤਾਂ ਫਿਰ ਇਸ ਮਾਮਲੇ ਨੂੰ ਤੁਰੰਤ ਪ੍ਰਭਾਵ ਨਾਲ FIR ਦੇ ਰੂਪ ਦੇ ਵਿੱਚ ਅੱਗੇ ਵਧਾ ਕੇ ਇਨਵੈਸਟੀਗੇਸ਼ਨ 'ਚ ਲਿਆਉਣਾ ਚਾਹੀਦਾ। ਹੁਣ ਉੱਥੇ ਵੀ ਤਾਂ ਕੋਰਟਾਂ ਦੇ ਰਾਹੀਂ ਇਨਵੈਸਟੀਗੇਸ਼ਨ FIR ਕਰਨ ਤੋਂ ਬਾਅਦ ਹੀ ਹੋ ਰਹੀ ਹੈ ਨਾ। ਸੋ ਮੈਂ ਤੁਹਾਡੇ ਕੋਲ ਬਕਾਇਦਾ ਮਾਮਲਾ ਸਮਝਣਾ ਚਾਹੂੰਗਾ। ਬਿਲਕੁਲ ਰੰਧਾਵਾ ਸਾਹਿਬ, ਇਹਦੇ ਵਿੱਚ ਦੇਖੋ ਸ਼ਿਕਾਇਤ ਤਾਂ ਹੋ ਚੁੱਕੀ ਹੈ, 2 ਮਾਮਲੇ ਇਸ ਦੇ ਨੇ। ਇਸ ਚਿੱਠੀ ਦੇ ਵਿੱਚ 2 ਮਾਮਲਿਆਂ ਦਾ ਜ਼ਿਕਰ ਹੈ। ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ 2 ਮਾਮਲੇ ਨਹੀਂ ਹੈ, ਪਹਿਲਾਂ ਵੀ ਹੁੰਦੇ ਰਹੇ ਆ। ਤੇ ਜਿਹੜੇ ਗੌਸਲ ਸਾਹਿਬ ਨੇ ਉਹਨਾਂ ਨੇ ਮਤਲਬ ਜਦੋਂ ਰਿਪੋਰਟਰ ਨੂੰ ਕਿਹਾ ਕਿ ਵੀ ਮੇਰੇ ਸਾਹਮਣੇ ਇੱਕੋ ਹੀ ਆਇਆ ਸੀਗਾ ਔਰ ਉਸ ਤੇ ਮੈਂ ਕਾਰਵਾਈ ਕਰਤੀ ਹੈ, ਤੇ ਬਾਕੀ ਦੇ ਮਾਮਲੇ ਮੈਨੂੰ ਨਹੀਂ ਪਤਾ, ਉਹ ਪਿਛਲੇ ਦੇ ਚੱਲੇ ਆ ਰਹੇ ਨੇ। ਦੇਖੋ ਚਲੋ ਉਹ ਵੀ ਆ ਜਾਣਗੇ ਜਦੋਂ ਇਸ ਤਰ੍ਹਾਂ ਦੀ ਚਿੱਠੀ ਆ ਜਾਂਦੀ ਹੈ ਸਾਹਮਣੇ, ਤੇ ਫਿਰ ਇਨਵੈਸਟੀਗੇਸ਼ਨ ਹੋਏ ਤਾਂ ਫਿਰ ਉਹ ਵਾਲੇ ਮਾਮਲੇ ਵੀ ਹੌਲੀ ਹੌਲੀ ਕਰਕੇ ਬਾਹਰ ਆ ਹੀ ਜਾਂਦੇ ਆ। ਪਰ ਇਹਦੇ 'ਚ ਜਿਹੜੀ ਉਹ ਗੱਲ ਦੱਸੀ ਮੈਨੂੰ ਜੋ ਪਤਾ ਲੱਗੀ ਹੈ ਕਿ ਸਿਰਫ ਟੀਚਰ ਤੋਂ ਕਲਾਸਾਂ ਵਾਪਸ ਲੈ ਲਈਆਂ। ਉਹਨੂੰ ਇਹ ਕਿਹਾ ਗਿਆ ਕਿ ਅੱਜ ਤੋਂ ਬਾਅਦ ਅੱਗੇ ਤੋਂ ਤੂੰ ਪੜ੍ਹਾਏਂਗਾ ਨਹੀਂ, ਤਾਂ ਫਿਰ ਮਤਲਬ ਉਹਨੂੰ ਤਾਂ ਵਿਹਲਾ ਕਰਤਾ। ਵਿਹਲਾ ਕਰਕੇ ਮਤਲਬ ਕਿ ਤੁਸੀਂ ਪੇਡ ਹੌਲੀਡੇਜ਼ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਮਤਲਬ ਇਹ ਕੋਈ ਸਜ਼ਾ ਹੈ? ਇਹ ਤਾਂ ਤੁਸੀਂ ਉਹਨਾਂ ਨੂੰ ਜਿਹਨੂੰ ਕਹਿੰਦੇ ਹੋ ਕਿ ਬਹੁਤ ਵਧੀਆ ਹੋ ਗਿਆ, ਕੋਈ ਕੰਮ ਨਹੀਂ ਕਰਨਾ, ਆਰਾਮ ਨਾਲ ਬੈਠੇ ਦਫ਼ਤਰ 'ਚ, ਸਵੇਰੇ ਆਇਆ ਕਰੇ, ਹਾਜ਼ਰੀ ਲਗਾਇਆ ਕਰੇ ਤੇ 1 ਤਰੀਕ ਨੂੰ ਤਨਖਾਹ ਲੈ ਲਿਆ ਕਰੇ। ਇਸ ਤੋਂ ਵਧੀਆ ਚੀਜ਼ ਉਹਦੇ ਲਈ ਕੀ ਹੈ? ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਵੀ ਇਸ ਤੇ FIR ਕਰਕੇ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਤੇ ਜੇ ਦੋਸ਼ੀ ਪਾਇਆ ਜਾਂਦਾ ਤਾਂ ਬਰਖਾਸਤਗੀ ਤੋਂ ਇਲਾਵਾ ਤੋਂ ਘੱਟ ਤਾਂ ਕੋਈ ਸਜ਼ਾ ਇਸ 'ਚ ਨਹੀਂ ਬਣਦੀ। ਤਾਂ ਮੇਰਾ ਖਿਆਲ ਹੈ ਕਿ ਉਹ ਬਰਖਾਸਤ ਹੀ ਕੀਤਾ ਜਾਣਾ ਚਾਹੀਦਾ ਇਹੋ ਜਿਹਾ ਅਧਿਆਪਕ, ਕਿਉਂਕਿ ਇਹ ਇਕੱਲਾ ਜਿਨਸੀ ਸ਼ੋਸ਼ਣ ਦਾ ਮਾਮਲਾ ਨਹੀਂ ਹੈ, ਇਹ ਸਟੂਡੈਂਟ ਤੇ ਟੀਚਰ ਦੇ ਰਿਲੇਸ਼ਨ ਦਾ ਮਾਮਲਾ ਵੀ ਹੈ। ਅਸੀਂ ਜਿਹੜੇ ਵੀ ਮਾਪਿਓ ਹੈਗੇ ਨੇ ਉਹ ਆਪਣੇ ਬੱਚਿਆਂ ਨੂੰ ਬਹੁਤ ਇੱਕ ਭਰੋਸਾ ਕਰਕੇ ਮਤਲਬ ਇਹਨਾਂ 'ਚ ਭੇਜਦੇ ਆ, ਚਾਹੇ ਯੂਨੀਵਰਸਿਟੀਆਂ 'ਚ ਹੋਣ, ਚਾਹੇ ਕਾਲਜਾਂ 'ਚ ਹੋਣ, ਸਕੂਲਾਂ 'ਚ ਹੋਣ। ਜੇ ਉਹ ਭਰੋਸਾ ਟੁੱਟੇਗਾ ਤਾਂ ਮੈਨੂੰ ਲੱਗਦਾ ਕਿ ਇਹ ਫਿਰ ਜ਼ਿਆਦਾ ਗੱਲ ਅੱਗੇ ਜ਼ਿਆਦਾ ਚੱਲ ਨਹੀਂ ਪਾਏਗੀ। ਇਹ ਜੋ ਚਿੱਠੀ ਲਿਖੀ ਹੈ ਕੁੜੀਆਂ ਨੇ, ਇਹ ਬਹੁਤ ਹਿੰਮਤ ਵਾਲਾ ਕੰਮ ਕੀਤਾ ਔਰ ਇਸ ਤੇ ਗਵਰਨਰ ਸਾਹਿਬ ਨੂੰ ਤਾਂ ਤੁਰੰਤ ਐਕਸ਼ਨ ਲੈਣ, ਰਿਕਮੈਂਡ ਕਰਨਾ ਹੀ ਚਾਹੀਦਾ, ਕਿਉਂਕਿ ਉਹ ਰਿਕਮੈਂਡਡ ਬੋਡੀ ਨੇ, ਉਹ ਰਿਕਮੈਂਡ ਹੀ ਕਰ ਸਕਦੇ ਸਟੇਟ ਗਵਰਨਮੈਂਟ ਨੂੰ, ਕਿਉਂਕਿ ਜੇ ਉਹ ਖੁਦ ਉਹ ਐਕਸ਼ਨ ਲੈਣਗੇ ਤਾਂ ਫਿਰ ਮਾਨ ਸਾਹਿਬ ਨੇ ਉਹਦੀ ਕਹਿ ਦੇਣਾ ਕਿ ਤੁਸੀਂ ਜੀ ਮੇਰੇ ਕੰਮਾਂ 'ਚ ਹਸਤਕਸ਼ੇਪ ਕਰ ਰਹੇ ਹੋ। ਤਾਂ ਮੈਨੂੰ ਲੱਗਦਾ ਕਿ ਉਹ ਰਿਕਮੈਂਡ ਹੀ ਕਰਨਗੇ ਸਟੇਟ ਗਵਰਨਮੈਂਟ ਨੂੰ ਵੀ ਇਹਦੀ ਜਾਂਚ ਕਰਵਾਈ ਜਾਏ। ਹੋ ਸਕਦਾ ਅੱਜ ਜਾਂ ਕੱਲ, ਕਿਉਂਕਿ ਵਰਕਿੰਗ ਡੇ ਅੱਜ ਸੀਗਾ, ਹੋ ਸਕਦਾ ਇੱਕ ਅੱਧ ਚਿੱਠੀ ਗਵਰਨਰ ਸਾਹਿਬ ਅੱਜ ਭੇਜ ਵੀ ਦੇਣ ਇਹਨਾਂ ਪ੍ਰੋਗਰਾਮਾਂ ਤੋਂ ਬਾਅਦ, ਇਹਨਾਂ ਖਬਰਾਂ ਤੋਂ ਬਾਅਦ ਅੱਜ ਉਹ ਇੱਥੇ ਕਾਰਵਾਈ ਕਰਨ। ਨਾਲ ਹੋ ਸਕਦਾ 2-4 ਹੋਰ ਮਾਮਲੇ ਵੀ ਭੇਜਣ, ਕਿਉਂਕਿ ਪਿਛਲੀ ਵਾਰੀ ਉਹਨਾਂ ਕਿਹਾ ਸੀ ਚਿੱਠੀ ਦੇ ਵਿੱਚ
ਕਿ ਮੇਰੇ ਕੋਲ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਸ਼ਿਕਾਇਤਾਂ ਵੀ ਬਹੁਤ ਆ, ਤੇ ਉਹ ਵੀ ਸ਼ਾਇਦ 2-3 ਹੋਰ ਮੁੱਦੇ ਵੀ ਸ਼ਾਮ ਤੱਕ ਸਾਨੂੰ ਦੇਣ, ਬਣਦਾ ਤੇ ਉਹਨਾਂ ਦਾ ਹੈ। ਪਰਲੇ ਬੰਨੇ ਫੋਨ ਕਰਿਓ ਜਰਾ, ਕੀ ਕੇ ਸ਼ਿਵਾ ਪ੍ਰਸਾਦ ਨੇ, ਉਹਨਾਂ ਨੂੰ ਵੀ ਦੇਖੋ ਜਰਾ ਗਵਰਨਰ ਸਾਹਿਬ ਦੀ ਬਾਡੀ ਲੈਂਗੁਏਜ, ਚਿਹਰੇ ਦੇ ਹਾਵ ਭਾਵ ਵੀ ਅੱਜ ਕੁਝ ਕਰਨ ਨੂੰ ਫਿਰਦੇ ਆ ਕਿ ਨਹੀਂ। ਚਲੋ ਆਪਾਂ ਅੱਗੇ ਵਧਦੇ ਹਾਂ। ਭਾਸਕਰ ਸਾਹਿਬ, ਵੈਸੇ ਤਾਂ ਇਹ ਮੈਨੂੰ ਲੱਗਦਾ ਇੰਦਰਪ੍ਰੀਤ ਜੀ ਤੋਂ ਮਾਮਲਾ ਲੈਂਦੇ ਆ। ਇੰਦਰਪ੍ਰੀਤ ਜੀ, ਆਰਡੀਨੈਂਸ ਦੇ ਮਾਮਲੇ 'ਚ ਅੱਜ ਦਿੱਲੀ ਜਿਹੜੀਆਂ ਸਭਾਵਾਂ ਉਹਨਾਂ ਦੇ ਬਾਰੇ 'ਚ ਅੱਜ ਪਾਰਲੀਮੈਂਟ ਦੇ ਵਿੱਚ ਗੱਲ ਤੁਰ ਪਊਗੀ। ਲੱਗਦਾ ਅਮਿਤ ਸ਼ਾਹ ਇਹ ਮਾਮਲਾ ਲੋਕ ਸਭਾ ਦੇ ਵਿੱਚ ਪੇਸ਼ ਕਰ ਦੇਣਗੇ, ਕੀ ਕਹਿੰਦੇ ਹੋ? ਦੇਖੋ ਰੰਧਾਵਾ ਸਾਹਿਬ, ਅੱਜ ਪਾਰਲੀਮੈਂਟ ਨੇ ਦੁਬਾਰਾ ਜੁੜਨਾ ਹੈ 2 ਛੁੱਟੀਆਂ ਤੋਂ ਬਾਅਦ। ਮਤਲਬ ਉਹਦੇ ਵਿੱਚ ਇੱਕ ਬਿੱਲ ਇੰਟਰੋਡਿਊਸ ਹੋਣਾ ਹੈ। ਇਹ ਆਰਡੀਨੈਂਸ ਨੇ ਜਿਹੜਾ ਬਿੱਲ ਦਾ ਰੂਪ ਕਾਨੂੰਨ ਦਾ ਰੂਪ ਲੈਣਾ ਹੈ, ਤਾਂ ਬਿੱਲ ਦੇ ਰੂਪ ਚ ਅੱਜ ਪੇਸ਼ ਹੋਏਗਾ। ਔਰ ਨੈਚੁਰਲੀ ਇਹਦੇ ਉੱਤੇ ਕਾਫੀ ਵਿਰੋਧ ਹੋਏਗਾ। ਹੁਣ ਇਹ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਪਾਰਲੀਮੈਂਟ ਚੱਲ ਨਹੀਂ ਰਹੀ ਹੈ, ਕਿ ਪਾਰਲੀਮੈਂਟ ਨੂੰ ਚੱਲਣ ਦਿੱਤਾ ਜਾਏਗਾ ਕਿ ਨਹੀਂ। ਮੈਨੂੰ ਇਹੀ ਲੱਗ ਰਿਹਾ ਕਿ ਓਪੋਜੀਸ਼ਨ ਜਿਹੜੀ ਹੈਗੀ ਆ ਉਹਦਾ ਜ਼ੋਰਦਾਰ ਵਿਰੋਧ ਕਰੇਗੀ, ਕਿਉਂਕਿ ਪਹਿਲਾਂ ਵੀ ਜਿਹੜੀ ਇਹ ਇੰਡੀਆ ਬਣਿਆ ਹੈਗਾ INDIA, ਉਹ ਜਿਹੜਾ ਬਣਿਆ ਉਹਦੇ ਵਿੱਚ ਵੀ ਇਹੀ ਬਹੁਤ ਇੰਪੋਰਟੈਂਟ ਇਸ਼ੂ ਆਮ ਆਦਮੀ ਪਾਰਟੀ ਨੇ ਰੱਖਿਆ ਹੋਇਆ ਕਿ ਇਹਦਾ ਸਾਰੇ ਵਿਰੋਧ ਕਰੋ। ਪਹਿਲਾਂ ਤਾਂ ਦੇਖੋ, ਲੋਕ ਸਭਾ ਦੇ ਵਿੱਚ ਤਾਂ ਮੈਨੂੰ ਨਹੀਂ ਲੱਗ ਰਿਹਾ ਕਿ ਇਹਨੂੰ ਪਾਸ ਹੋਣ 'ਚ ਕੋਈ ਦਿੱਕਤ ਹੈਗੀ ਆ। ਲੋਕ ਸਭਾ 'ਚ ਤਾਂ ਇਹ ਪਾਸ ਹੋ ਜਾਣਾ, ਈਜ਼ੀਲੀ ਹੋ ਜਾਣਾ। ਪ੍ਰੋਬਲਮ ਆਏਗੀ ਰਾਜ ਸਭਾ ਦੇ ਵਿੱਚ। ਜੇ ਹੁਣ ਜਿਹੜੀਆਂ ਦੂਜੀਆਂ ਪਾਰਟੀਆਂ, ਜਿਵੇਂ ਆਪਾਂ ਉਸ ਦਿਨ ਕਰ ਰਹੇ ਸੀਗੇ ਕਿ YSR ਕਾਂਗਰਸ ਨੇ ਦੇਤਾ ਸਮਰਥਨ, ਜਾਂ ਇਸ ਤਰ੍ਹਾਂ BJD ਵੀ ਅਗਰ ਦੇ ਦਿੰਦੀ ਹੈ, ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਦੇ ਦਿੰਦੀਆਂ, ਤਾਂ ਮੈਨੂੰ ਲੱਗਦਾ ਕਿ ਉੱਥੇ ਵੀ ਇਹ ਈਜ਼ੀਲੀ ਪਾਸ ਹੋ ਜਾਏਗਾ। ਹਾਂ, ਵਿਰੋਧ ਜ਼ਰੂਰ ਹੋਏਗਾ। ਵਿਰੋਧ ਦੇ ਵਿੱਚ ਮਤਲਬ ਮੇ ਵੀ ਸਪੀਕਰ ਜਿਹੜੇ ਹੈਗੇ ਆ, ਜਦੋਂ ਧੱਕੇ ਨਾਲ ਕੋਈ ਬਿੱਲ ਪਾਸ ਕਰਾਉਣਾ ਹੁੰਦਾ ਉਦੋਂ ਫਿਰ ਇਹੀ ਹੁੰਦਾ ਕਿ ਤੁਸੀਂ ਮਾਰਸ਼ਲ ਦੀ ਸੇਵਾਵਾਂ ਲੈ ਕੇ ਓਪੋਜੀਸ਼ਨ ਨੂੰ ਬਾਹਰ ਕੱਢ ਦਿਓ ਤੇ ਚੁੱਪਚਾਪ ਆਪਣਾ ਬਿੱਲ ਪਾਸ ਕਰਾ ਲਓ। ਇਸ ਤਰ੍ਹਾਂ ਦਾ ਰਵੱਈਆ ਆਮ ਤੌਰ ਤੇ ਵਿਧਾਨ ਸਭਾਵਾਂ 'ਚ, ਲੋਕ ਸਭਾਵਾਂ 'ਚ ਹੁੰਦਾ ਹੀ ਹੈ। ਜਿਵੇਂ ਪਹਿਲਾਂ ਉਸ ਦਿਨ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੂੰ ਉਹਨਾਂ ਨੇ ਨਿਲੰਬਿਤ ਕਰਤਾ ਸੀਗਾ। ਤੇ ਇਸ ਤਰ੍ਹਾਂ ਦੇ ਫੈਸਲੇ ਜਿਹੜਾ ਹੈਗਾ ਉਹ ਡਿਪਟੀ ਚੇਅਰਮੈਨ, ਕਿਉਂਕਿ ਉਹਦਾ ਵਾਈਸ ਪ੍ਰੈਜ਼ੀਡੈਂਟ ਜਿਹੜੇ ਉਹ ਡਿਪਟੀ ਚੇਅਰਮੈਨ ਨੇ ਰਾਜ ਸਭਾ ਦੇ, ਤੇ ਮੈਨੂੰ ਲੱਗਦਾ ਕਿ ਉਹ ਕਰਕੇ ਇਹ ਬਿੱਲ ਨੂੰ ਤਾਂ 100% ਗਵਰਨਮੈਂਟ ਪਾਸ ਕਰਵਾਏਗੀ। ਬਿਲਕੁਲ ਠੀਕ ਹੈ, ਪਾਸ ਕਰਵਾਏਗੀ। ਔਰ ਇਹ ਜਿਹੜਾ ਨੱਕ ਦਾ ਸਵਾਲ ਬਣਿਆ ਹੋਇਆ ਦੋਵਾਂ ਧਿਰਾਂ ਲਈ, ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਹੋਰ ਉਹ ਜਿਹੜਾ ਕਹਿੰਦੇ ਹੁੰਦੇ ਨਾ ਵੀ ਇਹ ਜੋੜ ਕਦੇ ਨਹੀਂ ਟੁੱਟ ਸਕਦਾ, ਇਹ ਪੱਕਾ ਜੋੜ ਜਿਹੜਾ ਇੰਡੀਆ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਫਿੱਟ ਹੋ ਜੂ। ਕੇਜਰੀਵਾਲ ਸਾਹਿਬ ਨੂੰ, ਭਾਸਕਰ ਸਾਹਿਬ, ਇਹ ਵੀ ਲੱਗਦਾ ਹੈ ਵੀ ਗੱਲ ਜਦੋਂ ਚਿਹਰਿਆਂ ਤੇ ਹੀ ਤੁਰਨੀ ਆ ਕੱਲ ਨੂੰ, ਤੇ ਕਿਹੜਾ ਕਾਂਗਰਸ ਕੋਲ ਕੋਈ ਚਿਹਰਾ ਜਿਹੜਾ ਹੁਣ ਤੱਕ ਪ੍ਰਵਾਨ ਹੋ ਰਿਹਾ ਹੋਵੇ, ਤੇ ਮੇਰੇ ਤੋਂ ਬਿਨਾਂ ਕਿੱਥੇ ਭੱਜ ਕੇ ਜਾਣਗੇ। ਕਾਂਗਰਸ ਨਾਲ ਸਮਝੌਤੇ ਦੇ ਵਿੱਚ ਅਸੀਂ ਆਪਣਾ ਵਿਸਥਾਰ ਦੂਜੇ ਸੂਬਿਆਂ 'ਚ ਵੱਧ ਕਰ ਸਕਦੇ ਹਾਂ। ਥੋੜੀਆਂ ਸੀਟਾਂ ਲੈ ਕੇ ਪੈਰ ਧਰਾਵਾ ਤਾਂ ਹੋ ਹੀ ਸਕਦਾ। ਦਿੱਲੀ ਦੇ ਵਿੱਚ ਉਹਨਾਂ ਨੂੰ ਉਮੀਦ ਹੋ ਸਕਦੀ ਵੀ 2-3 ਸੀਟਾਂ ਆ ਜਾਣ। ਹਾਲਾਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਨੁਕਸਾਨ ਥੋੜਾ ਝੱਲਣਾ ਪੈ ਸਕਦਾ, ਕਾਂਗਰਸ ਨੂੰ ਫਾਇਦਾ ਹੋ ਸਕਦਾ, ਕਿਉਂਕਿ ਆਮ ਆਦਮੀ ਪਾਰਟੀ ਬਾਰੇ ਇੱਥੇ ਕਿਹਾ ਜਾ ਰਿਹਾ ਕਿ ਉਹ ਕਾਫੀ ਉਤਸ਼ਾਹ 'ਚ ਨੇ, ਔਰ ਪਾਰਲੀਮਾਨੀ ਚੋਣ ਦੇ ਵਿੱਚ ਉਹ ਕਾਫੀ ਚੰਗਾ ਪ੍ਰਦਰਸ਼ਨ ਕਰ ਸਕਦੇ ਸੀਗੇ। ਔਰ ਇਹ ਮਾਮਲੇ ਜਦੋਂ ਹਰਿਆਣੇ 'ਚ ਜਾ ਕੇ, ਦਿੱਲੀ 'ਚ ਜਾ ਕੇ, ਦੂਜੇ ਸੂਬਿਆਂ 'ਚ ਕੇਜਰੀਵਾਲ ਸਾਹਿਬ ਸੀਟਾਂ ਵਧਾ ਲੈਣਗੇ, ਕਿਉਂਕਿ ਰਾਜ ਸਭਾ ਦੇ ਵਿੱਚ ਤਾਂ ਉਹਨਾਂ ਕੋਲ ਹੈ, ਲੋਕ ਸਭਾ ਦੇ ਵਿੱਚ ਹੈ ਨਹੀਂ ਕੋਈ ਬੰਦਾ। ਹੁਣ ਇੱਕ ਤਾਂ ਇੱਕ ਆਰਡੀਨੈਂਸ ਵਾਲੀ ਗੱਲ ਨੂੰ ਤੋੜ ਦਿਓ, ਦੂਜਾ ਜਿਹੜਾ ਉਹ ਸਰਵੇ ਕਹਿੰਦਾ ਹੈ ਕਿ ਜੇ ਇਹ ਦੋਵੇਂ ਧਿਰਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੀਆਂ ਹੁੰਦੀਆਂ ਇਹ ਹੁੰਜਾ ਫੇਰ ਜਾਣਗੀਆਂ, ਇਹਦਾ ਆਧਾਰ ਕੀ ਹੈ? ਇਹ 2 ਚੀਜ਼ਾਂ ਜ਼ਰੂਰ ਤੋੜ ਦਿਓ। ਆਰਡੀਨੈਂਸ ਦੇ ਮੁੱਦੇ ਦੇ ਉੱਤੇ ਅਮਿਤ ਸ਼ਾਹ, ਗ੍ਰਹਿ ਮੰਤਰੀ ਦੇਸ਼ ਦੇ, ਉਹ ਅੱਜ ਖੁਦ ਇਹ ਬਿੱਲ ਪੇਸ਼ ਕਰਨਗੇ। ਔਰ ਤੁਸੀਂ ਉਸ ਟਾਈਮ ਪਾਰਲੀਮੈਂਟ ਦਾ ਸੀਨ ਦੇਖੋ। ਹੁਣ ਕੇਜਰੀਵਾਲ ਉਹਨਾਂ ਦੇ ਇੱਕੋ ਹੀ MP, ਸੁਸ਼ੀਲ ਕੁਮਾਰ ਰਿੰਕੂ, ਸਾਡੇ ਜਲੰਧਰ ਵਾਲੇ ਇੱਕੋ ਹੀ MP ਹੈਗੇ ਨੇ। ਔਰ ਦੂਜੇ ਪਾਸੇ ਹੁਣ ਇੰਡੀਆ ਦਾ ਸਾਥ, ਯਾਨੀ ਇੰਡੀਆ ਦਾ ਸਾਥ ਤੇ ਕਾਫੀ 140 ਦੇ ਕਰੀਬ, 130-40 ਦੇ ਕਰੀਬ MP ਬਣਦੇ ਨੇ। ਜੇ ਉਹ MP ਗਾਂਧੀ ਦੀ ਸਟੈਚੂ ਦੇ ਥੱਲੇ ਕੋਈ ਪ੍ਰੋਟੈਸਟ ਪੁਲੂਸ ਕਰਨ ਗਏ ਤੇ ਰਿੰਕੂ ਉਹਨਾਂ ਦੀ ਡਿਊਟੀ ਤੇ ਇਹੀ ਲੱਗੀ ਹੋਏਗੀ ਵੀ ਚਲੋ ਅੰਦਰ ਚਲੋ, ਅਟੈਕ ਹੋ ਗਿਆ, ਯਾਨੀ ਉਹ ਆਰਡੀਨੈਂਸ ਦਾ ਬਿੱਲ ਆ ਗਿਆ। ਉਹ ਹੱਥ ਫੜ ਕੇ ਅੰਦਰ ਲੈ ਕੇ ਜਾਣਗੇ, ਕੋਈ ਬਾਹਰ ਨਿਕਲਣਗੇ, ਕੋਈ ਬਾਹਰ ਰਹਿ ਨਾ ਜਾਏ। ਹਾਲਾਂਕਿ ਇਹ ਲੜਾਈ ਤੇ ਏਦਾਂ ਦੀ ਹੈਗੀ ਆ ਅੱਜ ਲੋਕ ਸਭਾ ਦੇ ਵਿੱਚ, ਜਿਹੜੀ ਹਾਰ ਨਹੀਂ ਹੈ, ਪਰ ਉਸ ਦੇ ਖਿਲਾਫ ਆਵਾਜ਼ ਵੀ ਨਾ ਉੱਠੇ, ਇਹ ਸ਼ਾਇਦ ਕੇਜਰੀਵਾਲ ਉਹਨਾਂ ਨੂੰ ਮਨਜ਼ੂਰ ਨਹੀਂ ਹੋਏਗਾ। ਤੇ ਅੱਜ ਗਾਂਧੀ ਜੀ ਦੀ ਮੂਰਤੀ ਨੂੰ ਥੋੜਾ ਜਿਹਾ ਕੱਲਾ ਛੱਡ ਕੇ ਅੰਦਰ ਵੱਲ ਧਕੇਲਣ ਦੀ ਕੋਸ਼ਿਸ਼ ਹੋਏਗੀ ਆਮ ਆਦਮੀ ਪਾਰਟੀ ਦੀ ਇੰਡੀਆ ਨੂੰ, ਯਾਨੀ ਇੰਡੀਆ ਦੇ MPs ਨੂੰ। ਹੁਣ ਉੱਥੇ ਲੜਾਈ ਹਾਰਨ ਤੋਂ ਬਾਅਦ ਜਦ ਇਹ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਹੋਏਗਾ ਤੇ ਆਖਰੀ ਕੋਸ਼ਿਸ਼ ਕੀਤੀ ਜਾਏਗੀ YSR ਕਾਂਗਰਸ ਨੂੰ ਰੋਕਣ ਦੀ, BJD ਨੂੰ ਰੋਕਣ ਦੀ ਤੇ TDP ਨੂੰ ਰੋਕਣ ਦੀ। ਹੋ ਸਕਦਾ TDP ਉਹਨਾਂ ਤੇ ਕੰਮ ਵਿੱਚ ਆ ਜਾਣ, ਕਾਰਨ ਕਿ YSR ਉਹਨਾਂ ਨਾਲ ਨਜ਼ਦੀਕੀਆਂ NDA ਦੀ ਵੱਧ ਗਈ ਹੈ। ਪਰ ਬੀਜੂ ਜਨਤਾ ਦਲ ਬੜੇ ਸ਼ਾਂਤ ਵਿਅਕਤੀ ਨੇ, ਉਹ ਕਹਿੰਦੇ ਨੇ ਤੁਹਾਡੇ ਪੰਗੇ ਨੇ ਆਪ ਹੀ ਨਿਪਟੋ, ਅਸੀਂ ਤੇ ਉੜੀਸਾ ਦੇ ਵਿੱਚ ਤਰੱਕੀ ਕਰਨੀ ਹੈ, ਸਾਨੂੰ ਤੁਹਾਡੇ ਆਰਡੀਨੈਂਸ ਨਾਲ ਕੋਈ ਲੈਣਾ ਦੇਣਾ ਨਹੀਂ।
ਪਰ ਇਹਨਾਂ ਮੁੱਦਿਆਂ ਦੇ ਉੱਤੇ ਹੁਣ ਲੜਾਈ ਨਿੱਠ ਕੇ ਹੋਣੀ ਹੈ, ਕਿਉਂਕਿ ਇੰਡੀਆ ਦੇ ਐਮਪੀਜ਼ ਨੇ ਸਰਕਾਰ ਨੂੰ ਕਿਹਾ ਹੈ ਕਿ ਨਾ ਕਰੋ, ਹਜੇ ਆਰਡੀਨੈਂਸ ਵਾਲਾ ਬਿੱਲ ਨਾ ਲੈ ਕੇ ਆਓ, ਪਹਿਲੇ ਮਨੀਪੁਰ ਦੀ ਗੱਲ ਕਰੋ, ਨੋ ਕੌਨਫੀਡੈਂਸ ਮੋਸ਼ਨ ਜਿਹੜੀ ਅਸੀਂ ਲੈ ਕੇ ਆਏ ਆ ਉਹਦੀ ਗੱਲ ਕਰੋ, ਉਸ ਤੋਂ ਬਾਅਦ ਆਰਡੀਨੈਂਸ ਦੀ ਗੱਲ ਕਰਨਗੇ। ਅਗਲੇ ਕਹਿੰਦੇ ਆ ਵੀ ਨਾ, ਅਸੀਂ ਤੇ ਇਹ ਜਿਹੜੇ ਸਾਰੇ ਬਿੱਲ ਹੈ ਨਾ ਤੁਹਾਡੇ ਨੋ ਕੌਨਫੀਡੈਂਸ ਮੋਸ਼ਨ ਤੋਂ ਪਹਿਲੇ ਹੀ ਇਹਨੂੰ ਆਪਾਂ ਪਾਸ ਕਰਾ ਲੈਣਾ, ਔਰ ਜਿੱਥੇ ਦੀ ਗੱਲ ਹੈਗੀ ਹੈ ਤੁਸੀਂ ਕਹਿੰਦੇ ਹੋ ਸਾਨੂੰ ਨਾ ਪੇਸ਼ ਕਰੋ, ਤੁਸੀਂ ਰੋਕ ਲਓ ਇਹਨਾਂ ਨੂੰ, ਤੁਹਾਡੇ ਕੋਲ ਅਗਰ ਸੰਖਿਆ ਹੈਗੀ ਹੈ ਤੇ ਰੋਕ ਲਓ। ਉਹ ਸੰਖਿਆ ਹੀ ਤੇ ਨਹੀਂ ਹੈਗੀ, ਰੋਲਾ ਤੇ ਇਸ ਗੱਲ ਦਾ ਹੈ। ਔਰ ਇਹਨਾਂ ਸੰਖਿਆ ਦੇ ਰੋਲੇ ਦੇ ਵਿੱਚ ਇੱਕ ਇੰਡੀਆ ਟੀਵੀ ਤੇ CNX ਇਹਨਾਂ ਦਾ ਇੱਕ ਸਰਵੇ ਆ ਗਿਆ। ਹਾਲਾਂਕਿ ਸਰਵੇ ਦਾ ਸੀਜ਼ਨ ਸ਼ੁਰੂ ਨਹੀਂ ਹੋਇਆ, ਕਿਉਂਕਿ ਸਰਵੇ ਦਾ ਸੀਜ਼ਨ ਸ਼ੁਰੂ ਹੁੰਦਾ ਲੋਕ ਸਭਾ ਦੇ ਜਾਂ ਅਸੈਂਬਲੀ ਇਲੈਕਸ਼ਨਾਂ ਦੇ 3 4 5 6 ਮਹੀਨੇ ਪਹਿਲੇ, ਪਰ ਇਹ ਸਰਵੇ ਆ ਗਿਆ ਤੇ ਡਿਸਕਸ ਤੇ ਕਰਨਾ ਪੈਣਾ। ਔਰ ਇਸ ਸਰਵੇ ਦੇ ਵਿੱਚ ਵੀ ਪਤਾ ਨਹੀਂ ਕਿਸ ਆਧਾਰ ਦੇ ਉੱਤੇ ਇਹ ਸਰਵੇ ਕੀਤਾ ਹੈ, ਕਿਉਂਕਿ ਹਜੇ ਤੱਕ ਉਹ ਕੰਧ ਤੇ ਬੈਠੀ ਪਾਰਟੀਆਂ ਨੇ ਡਿਸਾਈਡ ਨਹੀਂ ਕੀਤਾ ਕਿ ਛਾਲ ਕਿੱਦਾਂ ਮਾਰਨੀ ਹੈ। ਪਰ ਇਸ ਸਰਵੇ ਦੀ ਰਿਪੋਰਟ ਨੂੰ ਇੱਕ ਵਾਰ ਉਜਾਗਰ ਕਰਨਾ ਬਹੁਤ ਜ਼ਰੂਰੀ ਹੈਗਾ। ਜਿਸ ਤੱਕ ਗੱਲ NDA ਦੀ ਕਰੀਏ, NDA ਜਿਹੜੀ ਮੋਦੀ ਸਾਹਿਬ ਦਾ ਹੈਗਾ, ਪਿਛਲੀ ਵਾਰ 330 ਸੀਟਾਂ ਦੇ ਕਰੀਬ ਲੈ ਕੇ ਗਿਆ ਸੀਗਾ, ਐਤਕੀ ਕਹਿੰਦੇ ਨੇ 39 ਪਾਰਟੀਆਂ ਜੁੜ ਕੇ 318 ਸੀਟਾਂ ਲੈ ਕੇ ਜਾ ਸਕਦੀ ਹੈ। ਔਰ ਜਿੱਥੇ ਤੱਕ ਕਰੀਏ ਇੰਡੀਆ ਦੀ, ਜਿਹੜੇ 26 ਪਾਰਟੀਆਂ ਪਹਿਲੇ ਬਿਹਾਰ ਦੇ ਵਿੱਚ ਯਾਨੀ ਪਟਨਾ ਸਾਹਿਬ ਦੇ ਵਿੱਚ, ਫਿਰ ਹੁਣ ਬੈਂਗਲੁਰੂ ਤੇ ਹੁਣ ਮੁੰਬਈ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੀਆਂ, ਉਹਨਾਂ ਨੂੰ ਮਿਲ ਸਕਦੀ ਹੈ 175 ਸੀਟਾਂ। ਪਰ 175 ਘੱਟ ਨਹੀਂ ਹੁੰਦੀ, ਚੰਗੀ ਹੈ। ਚਲੋ ਪਹਿਲੇ ਤੋਂ ਤਰੱਕੀ ਕੀਤੀ, ਕਾਂਗਰਸ ਦੀ 54 55 ਸੀਟਾਂ ਹੁੰਦੀ ਸੀਗੀ, ਸ਼ਾਇਦ ਉਹ ਵੀ ਕੋਈ ਤਰੱਕੀ ਕਰ ਜਾਏ ਇਹਦੇ ਵਿੱਚ। ਅਦਰਸ ਜਿਹੜੀ ਅੰਨੇ ਕੰਨ ਤੇ ਬੈਠੀ ਹੋਈ ਪਾਰਟੀਆਂ ਦੀ ਵੀ 50 ਸੀਟਾਂ ਆ ਸਕਦੀਆਂ, ਯਾਨੀ ਉਹ ਕੰਨ ਤੇ ਬੈਠੀ ਪਾਰਟੀਆਂ ਜੇ ਇੰਡੀਆ ਨੂੰ ਸਪੋਰਟ ਦੇ ਦੇ ਤੇ ਇਹ 225 ਬਣ ਜਾਂਦੀ ਹੈ। ਪਰ ਇਹ ਸਰਵੇ, ਕਿਉਂਕਿ ਅਸੀਂ ਪਹਿਲੇ ਵੀ ਕਹਿ ਰਹੇ ਹਾਂ ਹਜੇ ਸੀਜ਼ਨ ਨਹੀਂ ਚੱਲਿਆ, ਪਰ ਇਹ ਬੇਮੌਸਮ, ਕਈ ਵਾਰ ਤੁਸੀਂ ਭਿੰਡੀ ਖਾਣ ਦਾ ਦਿਲ ਕਰਦਾ, ਮੌਸਮ ਨਹੀਂ ਹੁੰਦਾ ਤੇ ਉਹ ਮਹਿੰਗੀ ਵੀ ਮਿਲਦੀ ਹੈ, ਐਦਾਂ ਦੀ ਚੀਜ਼ ਹੈਗੀ ਹੈ ਕਿ ਬੇਮੌਸਮ ਵੈਜੀਟੇਬਲ ਹੈਗੀ, ਅਨਸੀਜ਼ਨੇਬਲ ਵੈਜੀਟੇਬਲ। ਔਰ ਬੀਜੇਪੀ ਦੀ ਸੀਟਾਂ ਇਸ ਸਰਵੇ ਦੇ ਵਿੱਚ 290 ਦਿਖਾਈਆਂ, 272 ਤੋਂ ਉੱਤੇ, ਯਾਨੀ ਮੈਜੋਰਿਟੀ ਫਿਰ ਬੀਜੇਪੀ ਆਪਣੇ ਬਲਬੂਤੇ ਤੇ ਲਿਜਾਂਦੀ ਹੋਈ ਦਿਖਾਈ ਗਈ ਹੈ। ਸਰਵੇ ਦੇ ਪਿੱਛੇ ਕੌਣ ਹੈ ਪਤਾ ਨਹੀਂ, ਹੁਣ ਇਹ ਸਰਵੇ ਕਿਸ ਬੇਸ ਤੇ ਹੋਇਆ, ਕੀ ਆંકੜਾ ਸੀਗਾ, ਹਜੇ ਤੱਕ ਇਹਦਾ ਖੁਲਾਸਾ ਨਹੀਂ ਕੀਤਾ। ਔਰ ਜਿਹੜੇ ਸ਼ਿੰਡੇ ਸਾਹਿਬ ਨੇ, ਜਿਨ੍ਹਾਂ ਨੂੰ ਮੁੰਬਈ ਦੇ ਵਿੱਚ ਪੱਟ ਕੇ ਜਿਸ ਤਰੀਕੇ ਨਾਲ ਸਰਕਾਰ ਬਣਾਈ ਸੀਗੀ, ਉਹਨਾਂ ਦੀ ਜਿਹੜੀ 12 ਸੀਟਾਂ ਸੀ ਨਾ ਸ਼ਿਵ ਸੈਨਾ ਦੀ, ਇਸ ਸਰਵੇ ਦੇ ਹਿਸਾਬ ਨਾਲ ਹੁਣ ਰਹਿ ਜਾਣੀਆਂ 2, ਯਾਨੀ 10 ਸੀਟਾਂ ਦਾ ਨੁਕਸਾਨ ਹੋਣਾ ਹੈ। ਔਰ ਅਜੀਤ ਪਵਾਰ ਉਹਨਾਂ ਦੀ ਪਾਰਟੀ ਦੇ ਵਿੱਚ ਵੀ, ਅਜੀਤ ਪਵਾਰ ਉਹਨਾਂ ਦੇ ਗਰੁੱਪ ਨੂੰ ਬਹੁਤ ਘੱਟ ਸੀਟਾਂ ਮਿਲਦੀਆਂ, ਇਹ ਵੀ ਇੱਕ ਇੰਡੀਕੇਸ਼ਨ ਹੈਗਾ। ਔਰ NCP ਦੇ ਸ਼ਰਦ ਪਵਾਰ ਉਹਨਾਂ ਨੂੰ ਉਹ ਸਾਰੀ ਸੀਟਾਂ ਉਹਨਾਂ ਦੀ ਵੱਧ ਕੇ ਆਉਂਦੀ ਹੈ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਆંકੜਾ 24 ਤੇ ਜਾ ਕੇ ਟਿਕਿਆ ਹੋਇਆ, ਯਾਨੀ 24 NDA ਨੂੰ ਤੇ 24 ਇੰਡੀਆ ਨੂੰ। ਔਰ ਇੰਡੀਆ ਦੇ ਵਿੱਚ ਹੈਗੇ ਨੇ ਸ਼ਰਦ ਪਵਾਰ, ਔਰ ਦੂਜੇ ਪਾਸੇ ਹੈ BJP, ਕਿਉਂਕਿ ਐਤਕੀ ਮਹਾਰਾਸ਼ਟਰ ਦੇ ਵਿੱਚ ਜ਼ਿਆਦਾ ਸੀਟਾਂ ਲੈਣ ਵਾਸਤੇ ਉਹ ਬੜੀ ਆਪਣੀ ਕੋਸ਼ਿਸ਼ ਕਰ ਰਹੀ ਹੈ। ਹੁਣ ਸਟੇਟ ਵਾਈਜ਼ ਥੋੜਾ ਜਿਹਾ ਦੱਸ ਦਈਏ ਜਲਦੀ। ਭਾਸਕਰ ਸਾਹਿਬ, ਉੱਥੇ ਸ਼ਿਵ ਸੈਨਾ ਜਿਹੜੀ ਉਦਵ ਠਾਕਰੇ ਵਾਲੀ, ਉਹਦੇ ਪ੍ਰਤੀ ਹਮਦਰਦੀ ਲਹਿਰ ਚੱਲ ਰਹੀ ਹੈ, ਉਹਨਾਂ ਨਾਲ ਜ਼ਿਆਦਤੀ ਹੋਈ ਹੈ। ਔਰ ਜਿਹੜੀ ਖਾਸ ਤੌਰ ਤੇ ਮਰਾਠਾ ਬੈਲਟ ਆ, ਪੰਜਾਬ ਵਾਂਗ ਨਾ ਇਹ ਵੀ ਸੱਤਾ ਦੇ ਖਿਲਾਫ ਖੜ ਜਾਂਦੀ ਆ, ਲੱਤ ਡਾਹ ਦਿੰਦੀ ਹੈ। ਜਿੱਥੇ ਕਿਸੇ ਨਾਲ ਜ਼ਿਆਦਤੀ ਹੋ ਰਹੀ ਹੈ ਧੱਕੇ ਨਾਲ ਉਹਦੇ ਹੱਕ ਜਾ ਖਲਾਉਂਦੇ, ਜਿੱਦਾਂ ਸਾਡੇ ਇੱਥੇ ਭਾਵੇਂ ਕਾਰ ਸਕੂਟਰ ਦੀ ਟੱਕਰ ਹੋਈ ਹੋਵੇ, ਗਲਤੀ ਸਕੂਟਰ ਵਾਲੇ ਦੀ ਹੋਵੇ, ਪਰ ਸਾਰੀ ਭੀੜ ਜਿਹੜੀ ਉਹਦੇ ਹੱਕ 'ਚ ਖਲੋਤੀ ਹੁੰਦੀ, ਕਾਰ ਵਾਲਾ ਵਿਚਾਰਾ ਹੱਥ ਹੀ ਜੋੜਦਾ ਰਹਿ ਜਾਂਦਾ। ਇਹ ਸਾਰੀਆਂ ਗੱਲਾਂ, ਸੋ ਉੱਥੇ ਵੀ ਮਰਾਠਾ ਸਾਈਕੀ ਜਿਹੜੀ ਇਸੇ ਤਰ੍ਹਾਂ ਦੀ ਹੈ ਕਿ ਸਾਡੇ ਬੰਦੇ ਨਾਲ ਜੀ ਬਾਲ ਠਾਕਰੇ ਸਾਹਿਬ ਦੇ, ਮਰਹੂਮ ਬਾਲ ਠਾਕਰੇ ਸਾਹਿਬ ਦੇ ਪੁੱਤਰ ਨਾਲ ਧੱਕਾ ਕੀਤਾ ਜੀ ਸੱਤਾ ਨੇ, ਉਹਨਾਂ ਨੂੰ ਉੱਥੇ ਕਾਫੀ ਫਾਇਦਾ ਹੋਣ ਵਾਲਾ। ਬਈ ਹੁਣ ਆਪਾਂ ਸਟੇਟ ਵਾਈਜ਼ ਦੱਸ ਦਈਏ ਵੀ ਕਿਹੜੀ ਸਟੇਟ ਦੇ ਵਿੱਚ ਕਿਹਨੂੰ ਫਾਇਦਾ ਤੇ ਕਿਹਨੂੰ ਘਾਟਾ, ਉਹ ਵੀ ਖਾਸ ਕਰਕੇ ਇੰਡੀਆ ਤੇ NDA ਬਣਨ ਤੋਂ ਬਾਅਦ ਮੈਚ ਇੱਕ ਤਰੀਕੇ ਨਾਲ ਪਲੇਗਰਾਉਂਡ ਸੈੱਟ ਹੋ ਰਿਹਾ। ਤੇ ਹੁਣ ਗੱਲ ਆਪਾਂ ਪੰਜਾਬ ਤੋਂ ਹੀ ਸ਼ੁਰੂ ਕਰੀਏ। ਬਾਜਵਾ ਸਾਹਿਬ ਸਾਡੇ ਬਹੁਤ ਨਾਰਾਜ਼ ਨੇ, ਨਾ ਕਰੋ ਇਹਨਾਂ ਦੇ ਨਾਲ ਅਲਾਈਅੰਸ, ਆਪਣੀ ਕੇਂਦਰ ਦੀ ਲੀਡਰਸ਼ਿਪ ਨੂੰ ਬਾਰ-ਬਾਰ ਗੁਹਾਰ ਲਾਉਂਦੇ ਨੇ। ਪਰ ਉਸ ਤੋਂ ਬਾਵਜੂਦ ਵੀ ਇਹ ਸਰਵੇ ਕਹਿੰਦਾ ਹੈ ਜੇ ਇਹ ਅਲਾਈਅੰਸ ਹੋ ਜਾਂਦਾ ਹੈ, ਇੰਡੀਆ ਦੇ ਵਿੱਚ ਕਾਂਗਰਸ ਮਰਜ ਹੋ ਜਾਂਦੀ ਹੈ ਔਰ ਆਮ ਆਦਮੀ ਪਾਰਟੀ ਵੀ ਇੰਡੀਆ ਦੀ ਗੱਡੀ 'ਚ ਬਹਿ ਜਾਂਦੀ ਹੈ, ਤੇ ਫਿਰ ਇਹ 13 ਦੀ 13 ਸੀਟਾਂ ਪੰਜਾਬ ਦੇ ਵਿੱਚ ਇਹ ਇੰਡੀਆ ਲੈ ਜਾਊਗਾ। ਉਹਦੇ ਵਿੱਚ ਕਾਂਗਰਸ ਵੀ ਹੈਗਾ, ਬਾਜਵਾ ਸਾਹਿਬ ਨੂੰ ਭਾਵੇਂ 5 ਸੀਟਾਂ ਹੀ ਮਿਲਣ, ਕਿਉਂਕਿ ਲੀਡਰ ਆਫ ਆਪੋਜੀਸ਼ਨ ਹੈਗੇ, ਕਾਂਗਰਸ ਨੂੰ ਅਗਰ 5 ਸੀਟਾਂ ਵੀ ਮਿਲਣ, ਜਿਹਦੀ ਗੱਲ ਵੀ ਚੱਲ ਰਹੀ ਹੈ 8-5 ਤੇ ਇਹ ਤਕਰੀਬਨ ਤੈਅ ਹੋਇਆ ਮੰਨਿਆ ਜਾ ਰਿਹਾ ਫਾਰਮੂਲਾ। ਉਸ ਤੋਂ ਬਾਅਦ ਗੱਲ ਕਰੀਏ ਯੂਪੀ ਦੀ। ਯੂਪੀ ਨੇ ਪਿਛਲੀ ਵਾਰ NDA ਸਰਕਾਰ ਬਣਾਈ। ਇਹਦੇ ਵਿੱਚ ਇੱਕ ਚੀਜ਼ ਐਡ ਕਰ ਦਈਏ, ਦੇਖੋ ਪੰਜਾਬ ਦੇ ਸੀਨ ਨੂੰ ਐਡੀ ਛੇਤੀ ਤੁਸੀਂ ਅਨਸੀਨ ਨਾ ਕਰੋ। ਮੇਰਾ ਮਤਲਬ ਸਿਰਫ ਇਹ ਹੈ ਕਿ ਕਾਂਗਰਸ ਇਸ ਵੇਲੇ ਜਿਸ ਸਥਿਤੀ 'ਚ ਹੈ, ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਉਹ 5 ਸੀਟਾਂ ਇਕੱਲਿਆਂ ਲੜ ਕੇ ਲਿਆ ਸਕਣਗੇ ਕਿ ਨਹੀਂ, ਔਰ ਉਹਨਾਂ ਬਾਰੇ ਇਹ ਮਾਮਲਾ ਮੰਨਿਆ ਜਾ ਰਿਹਾ ਕਿ ਜੇ ਸਿਚੁਏਸ਼ਨ ਐਵੇਂ ਅੱਗੇ ਵਧਦੀ ਆ ਤਾਂ 1-2 ਸੀਟਾਂ ਤੇ ਵੀ ਸਿਮਟ ਸਕਦੇ ਆ। ਔਰ ਅਕਾਲੀ ਦਲ ਨੂੰ ਵੀ ਬੜਾ ਸੰਕਟ ਹੈ, BJP ਅਗਰੈਸਿਵ, ਉਹ ਵੀ 1-2-3 ਸੀਟਾਂ ਦਾ ਰੌਲਾ ਉਹਨਾਂ ਦਾ ਪੈਂਦਾ, ਜਿੱਦਾਂ ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ ਦਾ ਜ਼ਿਕਰ ਹੋ ਜਾਂਦਾ, ਕਿਸੇ ਵੇਲੇ ਜਲੰਧਰ ਦਾ। ਮੇਰਾ ਮਤਲਬ ਸਿਰਫ ਇਹ ਹੈ ਕਿ ਜੇਕਰ
ਕੇਜਰੀਵਾਲ ਸਾਹਿਬ ਨੂੰ ਹੋ ਸਕਦਾ ਵੀ ਫਾਇਦਾ ਲੱਗ ਰਿਹਾ ਹੋਵੇ ਔਰ ਕਾਂਗਰਸ ਨੂੰ ਵੀ ਇਹ ਫਾਇਦਾ ਲੱਗ ਰਿਹਾ ਹੋਵੇ ਕਿ ਜੇਕਰ ਇਹਨਾਂ ਨਾਲ ਆ ਕੇ ਪਾਰਲੀਮੈਂਟ 'ਚ 5 ਸੀਟਾਂ ਨਾਲ ਵੀ ਵਾਪਸ ਆ ਜੰਨੇ, 24 ਦੀ 24 'ਚ ਵੇਖੀ ਜਾਊਗੀ। ਇਹ ਚੀਜ਼ਾਂ ਤਾਂ ਹੋਣ ਦੇ ਸਵਾਲ ਨਾਲ ਜੁੜੀਆਂ ਕਿ ਕਾਂਗਰਸ ਜੇ ਇਸ ਵਾਰੀ ਨਰਿੰਦਰ ਮੋਦੀ ਨੂੰ ਰੋਕਣ 'ਚ ਕਾਮਯਾਬ ਹੋ ਜਾਂਦੀ ਆ ਤੇ ਉਹਦੀ ਸਰਵਾਈਵਲ ਸੌਖੀ ਹੋ ਜਾਊਗੀ। ਪ੍ਰਧਾਨ ਮੰਤਰੀ ਉਹਦਾ ਬਣੇ ਨਾ ਬਣੇ, ਘੱਟੋ ਘੱਟ ਉਹ ਆਪਣੇ ਆਪ ਨੂੰ ਬਚਾ ਕੇ ਅੱਗੇ ਲੈ ਜਾਣਗੇ। ਗਾਂਧੀ ਪਰਿਵਾਰ ਦੇ ਕੋਲ ਇਹ ਸੋਚ ਬਾਰ-ਬਾਰ ਆ ਰਹੀ ਹੋਊਗੀ ਕਿ ਕਿਵੇਂ ਨਾ ਕਿਵੇਂ ਕਾਂਗਰਸ ਬਚਾਈਏ, ਕਾਂਗਰਸ ਦੀ ਲੀਡਰਸ਼ਿਪ ਬਚਾਈਏ। ਅਦਰਵਾਈਜ਼ ਇਹ ਨਾ ਹੋਵੇ ਕਿ ਅਗਲੀ ਵਾਰ ਨੂੰ ਸਾਡੀਆਂ ਸਟੇਟਾਂ 'ਚੋਂ ਬੰਦੇ ਲਗਭਗ ਦੂਜੀਆਂ ਗੱਡੀਆਂ 'ਚ ਚੜ ਜਾਣ। ਜੀ ਹੁਣ ਅੱਗੇ ਤੋਂ ਜੀ ਹੁਣ ਦੂਜੇ ਸਟੇਟਾਂ ਦੇ ਵਿੱਚ ਵੀ ਦੇਖ ਲਈਏ, ਯੂਪੀ ਨੇ ਸਰਕਾਰ ਬਣਾਈ ਸੀ ਪਿਛਲੀ ਵਾਰ ਐਨਡੀਏ ਦੀ, ਤੇ ਐਤਕੀ 80 ਵਿੱਚੋਂ 73 ਸੀਟਾਂ ਬੀਜੇਪੀ ਲਿਆਉਣ ਦੀ ਪੂਰੀ ਹਿੰਮਤ ਰੱਖਦੀ ਆ। ਆਪਾਂ ਬੀਜੇਪੀ ਨੂੰ ਛੱਡੋ, ਐਨਡੀਏ ਕਰ ਲਈਏ ਕਿ 2-4 ਛੋਟੇ ਦਲ ਵੀ ਉੱਥੇ ਬੀਜੇਪੀ ਨੇ ਐਨਡੀਏ ਦੇ ਵਿੱਚ ਪਾਏ ਨੇ, ਔਰ ਗੱਲ ਯੂਪੀ ਦੀ ਤੇ ਕਰ ਚੁੱਕੇ, ਔਰ 7 ਸੀਟਾਂ ਇੰਡੀਆ ਦੇ ਨੂੰ ਮਿਲਣ ਦੀ ਉਮੀਦ ਹੈਗੀ ਹੈ। ਬਿਹਾਰ ਦੇ ਵਿੱਚ 24 ਸੀਟਾਂ ਐਨਡੀਏ ਨੂੰ ਤੇ 16 ਸੀਟਾਂ ਇੰਡੀਆ ਨੂੰ ਮਿਲਣ ਦੀ ਉਮੀਦ ਹੈ। 40 ਸੀਟਾਂ ਟੋਟਲ ਹੈਗੀ ਹੈ। ਜਿੱਥੋਂ ਇੰਡੀਆ ਬਣਿਆ ਸੀਗਾ, ਯਾਨੀ ਇੰਡੀਆ ਬਣਨ ਦੀ ਕਵਾਇਦ ਸ਼ੁਰੂ ਹੋਈ ਸੀ ਇਸ ਅਲਾਈਅੰਸ ਦੀ, ਉੱਥੇ ਹੁਣ 16 ਸੀਟਾਂ ਇੰਡੀਆ ਨੂੰ ਮਿਲਣ ਦੀ ਉਮੀਦ ਹੈਗੀ ਹੈ ਇਸ ਸਰਵੇ ਦੇ ਮੁਤਾਬਿਕ। ਔਰ ਜਿੱਥੇ ਤੱਕ ਮਹਾਰਾਸ਼ਟਰ ਦੀ ਗੱਲ ਕਰੀਏ, ਅਸੀਂ ਪਹਿਲੇ ਹੀ ਕਰ ਚੁੱਕੇ ਹਾਂ 24-24-48, ਯਾਨੀ ਐਨਡੀਏ 24 ਇੰਡੀਆ 24। ਔਰ ਉਸ ਤੋਂ ਬਾਅਦ ਤਮਿਲਨਾਡੂ ਦੀ ਗੱਲ ਕਰੀਏ, ਉੱਥੇ ਬੀਜੇਪੀ ਨੂੰ 9 ਸੀਟਾਂ, ਐਨਡੀਏ ਬੀਜੇਪੀ ਨਹੀਂ ਐਨਡੀਏ, ਕਿਉਂਕਿ ਡੀਐਮਕੇ ਹੈਗਾ ਉੱਥੇ ਐਨਡੀਏ ਦੇ ਵਿੱਚ ਹੀ, ਉਹਦੇ ਵਿੱਚ AIDMK ਹੈਗਾ, ਉਹਦੇ ਵਿੱਚ 9 ਸੀਟਾਂ ਐਨਡੀਏ ਨੂੰ ਮਿਲਣ ਦੀ ਉਮੀਦ ਹੈ ਤੇ 30 ਸੀਟਾਂ ਇੰਡੀਆ ਨੂੰ ਮਿਲਣ ਦੀ ਉਮੀਦ ਹੈ। ਟੋਟਲ 42 ਸੀਟਾਂ ਹੈਗੀਆਂ ਉੱਥੇ, ਔਰ ਜਿੱਥੇ 39 ਸੀਟਾਂ ਹੈਗੀਆਂ। ਵੈਸਟ ਬੰਗਾਲ ਦੇ ਵਿੱਚ ਐਨਡੀਏ ਨੂੰ 12 ਸੀਟਾਂ ਮਿਲ ਸਕਦੀ ਹੈ ਤੇ ਮਮਤਾ ਬਨਰਜੀ ਉਹਨਾਂ ਵਾਲੀ ਇੰਡੀਆ ਨੂੰ, ਉਹਨਾਂ ਨੂੰ ਮਿਲ ਸਕਦੀ ਹੈ 30 ਸੀਟਾਂ, ਟੋਟਲ 42 ਹੈਗੀਆਂ। ਔਰ ਜਿੱਥੇ ਤੱਕ ਗੱਲ ਕਰੀਏ ਕਰਨਾਟਕਾ ਦੀ, ਜਿੱਥੇ ਸਰਕਾਰ ਬਣੀ ਹੈ ਕਾਂਗਰਸ ਦੀ ਥੋੜੇ ਦਿਨਾਂ ਪਹਿਲਾਂ ਹੀ, ਉੱਥੇ ਐਨਡੀਏ ਤਰੱਕੀ ਕਰਦੀ ਹੋਈ ਨਜ਼ਰ ਆਉਂਦੀ ਹੈ। 20 ਸੀਟਾਂ ਐਨਡੀਏ ਨੂੰ ਮਿਲਣ ਦੀ ਉਮੀਦ ਹੈਗੀ, ਔਰ 7 ਸੀਟਾਂ ਉਹ ਨਵੀਂ ਕਰਨਾਟਕਾ ਦੀ ਸਰਕਾਰ ਹੋਣ ਦੇ ਬਾਵਜੂਦ ਇੰਡੀਆ ਨੂੰ ਮਿਲਦੀ ਹੋਈ ਨਜ਼ਰ ਆਉਂਦੀ ਹੈ। ਭਾਸਕਰ ਸਾਹਿਬ, ਆਪਾਂ ਇੰਜ ਕਰਦੇ ਆ, ਆਪਾਂ ਇਹ ਕਮੈਂਟ ਬਾਕਸ ਦੇ ਵਿੱਚ ਸਾਰਾ ਜਿਹੜਾ ਸਰਵੇ ਰਿਪੋਰਟ ਪਾ ਦਿੰਨੇ ਆ। ਇਹਦੀ ਇੰਨੀ ਅਹਿਮੀਅਤ ਵੀ ਨਹੀਂ, ਪਰ ਇੱਕ ਗੱਲ ਹੈ, ਕਿਉਂਕਿ ਜਦੋਂ ਇਸ ਮੌਕੇ ਤੇ ਇੰਡੀਆ ਨਾਮੀ ਸੰਗਠਨ ਬਣ ਗਿਆ, ਯੂਪੀਏ ਦੀ ਬਜਾਏ ਇੰਡੀਆ ਬਣ ਚੁੱਕਿਆ, ਔਰ ਉਧਰ ਐਨਡੀਏ ਲੜਾਈ ਜਦੋਂ ਸ਼ੁਰੂ ਹੋਈ ਆ ਤੇ ਉਹਨਾਂ ਨੇ ਸਰਵੇ ਇਸੇ ਆਧਾਰ ਤੇ ਕੀਤਾ ਹੋਊਗਾ। ਪਤਾ ਨਹੀਂ ਇਹਦਾ ਸੈਂਪਲ ਸਰਵੇ ਕੀ ਆ, ਇਹ ਕਿੰਨੇ ਲੋਕਾਂ ਤੇ ਆ, ਕੀ ਆ, ਇਹ ਸਾਰਾ ਡਾਟਾ ਜਿਹੜਾ ਇਹ ਆਪਾਂ ਅੱਗੇ ਤੁਰੀਏ। ਮੈਨੂੰ ਲੱਗਦਾ ਸਮਾਂ ਬਹੁਤ ਹੋ ਗਿਆ। ਮੈਂ ਇੰਦਰਪ੍ਰੀਤ ਜੀ ਤੁਹਾਡੀ ਟਿੱਪਣੀ ਇੱਥੇ ਚਾਹੂੰਗਾ ਹਲਕੀ ਜੀ, ਫਿਰ ਉਹਦੇ ਨਾਲ ਹੀ ਦੂਜਾ ਮਾਮਲਾ ਬਹੁਤ ਅਹਿਮ ਆ, ਮੈਂ ਉਹ ਤੁਹਾਡੇ ਤੋਂ ਲੈਣਾ ਹੈ ਕਿ ਚੰਡੀਗੜ੍ਹ ਪਾਰਕਿੰਗ ਦੇ ਮਾਮਲੇ 'ਚ ਪੰਜਾਬ ਨੂੰ ਬੇਗਾਨਾ ਕਰਨ ਤੋਂ ਬਾਅਦ PIL ਜੇ ਪਾਈ ਜਾ ਰਹੀ ਆ ਤੇ ਉਹ ਆਮ ਆਦਮੀ ਪਾਰਟੀ ਦੇ ਕੌਂਸਲਰ ਪਾ ਰਹੇ ਨੇ, PIL ਦੇ ਰੂਪ ਦੇ ਵਿੱਚ ਹਾਈਕੋਰਟ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਕਿਉਂ ਨਹੀਂ, ਇਹ ਚੰਡੀਗੜ੍ਹ ਤੇ ਦਾਅਵਾ ਕਿਉਂ ਨਹੀਂ ਕਰਦੇ? ਇਹ ਵੀ PIL ਪਾ ਸਕਦੇ ਸੀ, ਹਾਈਕੋਰਟ 'ਚ ਜਾ ਸਕਦੇ ਸੀ ਕਿ ਆ ਦੇਖੋ ਹੋ ਕੀ ਰਿਹਾ, ਪੰਜਾਬ ਦੀ ਰਾਜਧਾਨੀ ਤੇ ਫੈਸਲਾ ਕਰੋ। ਬਹਾਨੇ ਨਾਲ ਹੀ ਤੁਹਾਨੂੰ ਮੌਕਾ ਤੇ ਮਿਲ ਜਾਂਦਾ ਵੀ ਇਨਸਾਫ ਲਈ ਤੁਰੋ ਤਾਂ ਸਹੀ। ਬਿਲਕੁਲ ਰੰਧਾਵਾ ਸਾਹਿਬ, ਮੈਂ ਉਸ ਦਿਨ ਵੀ ਇਹੀ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ ਦੀ ਜਿਹੜੀ ਅਪਰਾਧਿਕ ਖਾਮੋਸ਼ੀ ਹੈ ਨਾ, ਇਹ ਬਹੁਤ ਸਾਲ ਰਹੀ ਹੈ। ਜਦੋਂ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਵੀ ਤੁਸੀਂ ਯਾਰ ਆਪਣਾ ਹੱਕ ਹੀ ਛੱਡੀ ਜਾ ਰਹੇ ਹੋ ਚੰਡੀਗੜ੍ਹ ਦੇ ਉੱਤੇ, ਤੇ ਜੇ ਹੱਕ ਛੱਡ ਹੀ ਦਿੱਤਾ ਹੈ, ਇਹ ਮੰਨ ਹੀ ਲਿਆ, ਤੁਸੀਂ ਤਸਲੀਮ ਕਰ ਲਿਆ ਵੀ ਅਸੀਂ ਹੱਕ ਛੱਡਤਾ ਹੈ, ਸਾਡਾ ਨਾਲ ਕੋਈ ਨਾ ਗੱਲ ਕਰਨੀ, ਤਾਂ ਫਿਰ ਘੱਟੋ ਘੱਟ B ਪਲਾਨ ਤੇ ਤਾਂ ਆਓ, ਤਾਂ ਫਿਰ ਤੁਸੀਂ ਵੀ ਆਪਣਾ ਕਰੋ ਉਸ ਪਾਸੇ ਵੀ ਜਿਹੜੇ ਵੀ ਚੰਡੀਗੜ੍ਹ ਦੀ ਗੱਡੀ ਪੰਜਾਬ ਚ ਆਏਗੀ ਅਸੀਂ 100 ਰੁਪਏ ਐਂਟਰੀ ਫੀਸ ਲਾਵਾਂਗੇ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਕਿਉਂ ਨਹੀਂ ਜਾਂਦੇ? ਜਾਂ ਪਹਿਲੀ ਗੱਲ ਤਾਂ ਇਹੀ ਕਿ ਪੰਜਾਬ ਸਰਕਾਰ ਨੂੰ ਇਹਦਾ ਖੁੱਲ ਕੇ ਵਿਰੋਧ ਕਰਨਾ ਚਾਹੀਦਾ ਸੀ, ਔਰ ਵਿਰੋਧ ਕਰਕੇ ਇਸ ਚੀਜ਼ ਨੂੰ ਰਿਵਰਟ ਕਰਨਾ ਚਾਹੀਦਾ। ਇਹ ਨਹੀਂ ਹੋਏਗਾ ਕਿ ਇੱਕ ਸ਼ਹਿਰ ਦੇ ਵਿੱਚ ਤੁਸੀਂ ਆਪਣੇ ਲੋਕਾਂ ਨੂੰ, ਇੱਕ ਪਾਸੇ ਤਾਂ ਅਸੀਂ ਇੱਕ ਕੰਟਰੀ ਇੱਕ ਕਾਨੂੰਨ ਦੀ ਗੱਲ ਕਰਦੇ ਹਾਂ, ਇੱਕ ਪਾਸੇ ਹਰ ਸ਼ਹਿਰ ਦਾ ਇੱਕ ਆਪਣਾ ਕਾਨੂੰਨ ਹੈ। ਇਹ ਚੀਜ਼ਾਂ ਨਹੀਂ ਚੱਲ ਸਕਦੀਆਂ, ਇਹਦਾ ਵਿਰੋਧ ਹੋਣਾ ਹੀ ਚਾਹੀਦਾ, ਜੋ ਅਜੇ ਤੱਕ ਮੈਂ ਦੇਖ ਰਿਹਾ ਕਿ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ। ਇਹ ਬਹੁਤ ਲੋਕਾਂ ਨੂੰ ਖਲ ਰਿਹਾ, ਇਹ ਚੀਜ਼ ਖਲ ਰਹੀ ਹੈ ਕਿ ਅਸੀਂ ਯਾਰ ਆਪਣੀ ਰਾਜਧਾਨੀ ਦੇ ਵਿੱਚ ਵੀ ਆਪਣੀਆਂ ਗੱਡੀਆਂ ਨਹੀਂ ਲਿਜਾ ਸਕਦੇ, ਜਾਂ ਲਿਜਾਵਾਂਗੇ ਤਾਂ ਦੁੱਗਣੀ ਪਾਰਕਿੰਗ ਫੀਸ ਸਾਨੂੰ ਦੇਣੀ ਪਏਗੀ। ਇਹ ਬਹੁਤ ਖਲ ਰਹੀ ਹੈ ਗੱਲ। ਸੋ ਦੂਜੀ ਗੱਲ ਤੁਸੀਂ ਜਿਹੜੀ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਪਾਰਸ਼ਦਾਂ ਨੇ, ਤੇ ਉਹਨਾਂ ਨੇ ਤਾਂ ਮੈਨੂੰ ਲੱਗਦਾ ਕਿ ਆਪਣੀ ਗੱਲ ਰੱਖਤੀ ਹੈ, ਉਹ PIL ਪਾ ਰਹੇ ਨੇ ਇਹਦੇ ਖਿਲਾਫ, ਔਰ ਉਹਨਾਂ ਨੇ ਉਦੋਂ ਵੀ ਵਿਰੋਧ ਕੀਤਾ ਸੀ ਜਦੋਂ ਇਹ ਪਾਸ ਕੀਤਾ ਜਾ ਰਿਹਾ ਸੀ, ਪਰ ਕਿਉਂਕਿ ਉਦੋਂ ਉਹਨਾਂ ਨੂੰ ਸਾਰਿਆਂ ਨੂੰ ਕੱਢਤਾ ਉਹਨਾਂ ਨੇ ਬਾਹਰ, ਤੇ ਉਹ ਸੌਖਾ ਤਰੀਕਾ ਹੁੰਦਾ ਅੱਜ ਕੱਲ੍ਹ ਇਹ ਕਿ ਜਿਹੜੇ ਵੀ ਵਿਰੋਧ ਕਰ ਰਿਹਾ ਉਹਨੂੰ ਮਾਰਸ਼ਲ ਲਗਾ ਕੇ ਬਾਹਰ ਕੱਢ ਦੋ, ਤੇ ਫਿਰ ਤੁਸੀਂ ਚੁੱਪ ਕਰਕੇ ਸਾਰੇ ਦੇ ਏਜੰਡੇ ਜਿੰਨੇ ਹੈਗੇ ਨੇ ਫਟਾਫਟ ਪਾਸ ਕਰਾਈ ਜਾਓ। ਮੇਅਰ ਇਸ ਤਰ੍ਹਾਂ ਪਾਸ ਕਰਾ ਲੈਂਦੇ ਨੇ, ਤੇ ਜਿਹੜੇ ਸਰਕਾਰਾਂ ਨੇ ਉਹ ਵਿਧਾਨ ਸਭਾ 'ਚ ਪਾਸ ਕਰਾ ਲੈਂਦੀਆਂ ਨੇ, ਤੇ ਹੁਣ ਜਿਹੜਾ ਲੋਕ ਸਭਾ 'ਚ ਉਹ ਵੀ ਦੇਖੋ ਸਪੀਕਰ ਸਾਹਿਬ ਨੇ ਏਦਾਂ ਹੀ ਪਾਸ ਕਰਾਣੇ ਨੇ। ਸੋ ਸਾਰੇ ਕਿਤੇ ਹੀ ਇੱਕ ਤਰ੍ਹਾਂ ਦਾ ਸਿਸਟਮ ਹੀ ਏਦਾਂ ਦਾ ਬਣ ਗਿਆ
ਕਿ ਆਪਾਂ ਵਿਰੋਧ ਸੁਣਨਾ ਹੀ ਨਹੀਂ, ਵਿਰੋਧ ਦੀ ਕੋਈ ਗੱਲ ਚੱਲਣੀ ਹੋਣੀ ਚਾਹੀਦੀ, ਬਾਹਰ ਕੱਢੋ ਇਹਨਾਂ ਨੂੰ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਸਾਡੀ ਡੈਮੋਕ੍ਰੈਟਿਕ ਵਿਵਸਥਾ ਵਾਸਤੇ ਠੀਕ ਨਹੀਂ ਹੈਗੀ। ਇੱਕ ਖਬਰ ਹੋਰ ਜ਼ਰੂਰ ਲੈ ਲਓ ਜਾਂਦੇ ਜਾਂਦੇ, ਵੈਸੇ ਤਾਂ ਸਾਡੀ ਜਿਹੜੀ ਬਾਸਮਤੀ ਵਾਲੀ ਖਬਰ ਬੜੀ ਅਹਿਮ ਸੀ, ਪਰ ਸਮਾਂ ਬਹੁਤ ਹੋ ਜਾਣਾ, ਉਹ ਫਿਰ ਅਸੀਂ ਲੈ ਲਵਾਂਗੇ। ਲੇਕਿਨ ਜਿਹੜੀ ਖਬਰ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਹੈ ਕਿ ਨਰੋਟ ਜੈਮਲ ਸਿੰਘ ਦੇ ਵਿੱਚ ਇੱਕ ਅਧਿਕਾਰੀ ਪੰਚਾਇਤ ਵਿਭਾਗ ਦਾ, ਜਿਹੜਾ ਰਿਟਾਇਰਮੈਂਟ ਤੋਂ ਪਹਿਲਾਂ ਕੁਝ ਇੰਡੀਵਿਜੂਅਲਸ ਦੇ ਨਾਂ ਤੇ ਜ਼ਮੀਨ ਕਰ ਗਿਆ, 100 ਏਕੜ ਤੋਂ ਥੋੜੀ ਘੱਟ ਜ਼ਮੀਨ ਸੀ ਪੰਚਾਇਤ ਦੀ, ਉਹਦੇ ਉੱਤੇ ਉਹਨਾਂ ਨੇ ਤੁਰੰਤ ਕਾਰਵਾਈ ਲਈ ਕਿਹਾ। ਇਹ ਮਾਮਲੇ ਨੂੰ ਇੱਕ ਵਾਰੀ ਦੱਸ ਦਿਓ ਜ਼ਰਾ। ਦੇਖੋ, ਇਹ ਮਾਮਲਾ ਬੜਾ ਇੰਟਰਸਟਿੰਗ ਹੈ। ਉਹਦੇ ਵਿੱਚ ਮੈਂ 100 ਏਕੜ ਕਰ ਗਿਆ ਜਾਂ ਮੈਂ ਜਿੰਨੀ ਵੀ ਏਕੜ ਕਰ ਗਿਆ, ਉਹ ਇੱਕ ਸਿਰਫ ਗਿਣਤੀ ਹੈ, ਮੈਂ ਉਸ 'ਚ ਨਹੀਂ ਜਾਊਂਗਾ। 92 ਏਕੜ ਹੈ ਸ਼ਾਇਦ, ਮੇਰਾ ਖਿਆਲ ਹੈ ਕਿ ਟੋਟਲ 92 ਏਕੜ ਦੇ ਕਰਕੇ ਗਏ ਨੇ। ਸਵਾਲ ਪਤਾ ਰੰਧਾਵਾ ਸਾਹਿਬ ਇਹਦੇ 'ਚ ਕੀ ਹੈ ਕਿ ਇੱਕ DDPO ਨੂੰ ਤੁਸੀਂ ਪਾਵਰਾਂ ਦਿੱਤੀਆਂ ਨੇ, BDO ਨੂੰ ਪਾਵਰਾਂ ਦਿੱਤੀਆਂ ਤੁਸੀਂ DDPO ਦੀਆਂ, ਇੱਕ ਹਫ਼ਤੇ 'ਚ ਹੀ ਉਹਨੂੰ ਪਾਵਰਾਂ ਦਿੱਤੀਆਂ ADC ਡਿਵੈਲਪਮੈਂਟ ਦੀਆਂ, ਯਾਨੀ ਕਿ 10 ਦਿਨ ਦੇ ਵਿੱਚ ਹੀ ਤੁਸੀਂ ਇੱਕ BDO ਨੂੰ ADC ਲਗਾਤਾ, ਤੇ ਉਹ ADC ਕੋਲ ਜਿਹੜਾ ਜਾਣ ਵਾਲਾ ਸਮਾਂ ਸੀ, ਬਸ ਜਿਵੇਂ ਕਹਿੰਦੇ ਆ ਵੀ ਆਪਣੇ ਰਿਟਾਇਰਮੈਂਟ ਦੇ ਉੱਤੇ ਹੀ ਬੈਠੇ ਸੀ। ਜਾਂਦੇ ਜਾਂਦੇ ਉਹ 92 ਏਕੜ ਜ਼ਮੀਨ ਜਿਹੜੀ ਹੈਗੀ ਹੈ ਉਹ ਇੰਡੀਵਿਜੂਅਲ ਦੇ ਨਾਂ ਤੇ ਕਰ ਗਿਆ। ਹੁਣ ਇਹ ਬਹੁਤ ਇੰਟਰਸਟਿੰਗ ਹੈ। ਪਹਿਲੀ ਗੱਲ ਤਾਂ ਇਹ 100 ਏਕੜ ਜ਼ਮੀਨ ਦੇ ਉੱਤੇ ਤੁਸੀਂ ਏਦਾਂ ਕਬਜ਼ਾ ਕਰਾਤੇ, ਇਹ ਬੜਾ ਸੰਗੀਨ ਮਾਮਲਾ ਹੈ। ਮੈਨੂੰ ਲੱਗ ਰਿਹਾ ਕਿ ਜਿਹੜੀ ਇਹ 'ਚ ਦੇਰੀ ਹੋ ਰਹੀ ਹੈ ਉਹ ਬੜੀ ਚਿੰਤਾਜਨਕ ਹੈ। ਚੀਫ ਸੈਕਟਰੀ ਨੂੰ ਆਰਡਰ ਕਰਨੇ ਪਏ ਹੈ, ਆਪਣੇ ਡਿਪਾਰਟਮੈਂਟ ਨੂੰ, ਰੈਵਨਿਊ ਵਾਲਿਆਂ ਨੂੰ ਵੀ ਕਰਨੇ ਪਏ ਆ, ਤੇ ਵੀ ਇਹ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਵੀ ਤੁਸੀਂ ਯਾਰ 100 ਏਕੜ ਜ਼ਮੀਨ ਦੇਤੀ ਤੇ ਹਜੇ ਤੱਕ ਉਹਦੀ ਰਿਪੋਰਟ ਨਹੀਂ ਆਈ। ਕਿੰਨੇ ਦਿਨ ਤੋਂ ਇਹ ਮਾਮਲਾ ਲਗਾਤਾਰ 3 ਵਾਰ, ਸ਼ਾਇਦ ਤੀਸਰੀ ਵਾਰ ਤਾਂ ਅਸੀਂ ਵੀ ਡਿਸਕਸ ਕਰ ਰਹੇ ਇਸ ਪ੍ਰੋਗਰਾਮ ਦੇ ਵਿੱਚ, ਹਜੇ ਤੱਕ ਇਸ ਦੇ ਉੱਤੇ ਕੋਈ ਰਿਪੋਰਟ ਨਹੀਂ ਆਈ। ਮੈਨੂੰ ਲੱਗਦਾ ਕਿ ਇਹਦੇ ਉੱਤੇ ਜਿਹੜੇ ਫਿਰ ਵੱਡੇ ਅਧਿਕਾਰੀ ਨੇ ਜਿਨ੍ਹਾਂ ਦਾ ਕੰਮ ਹੁੰਦਾ ਉਹਦੇ ਉੱਤੇ, ਚਾਹੇ ਉੱਥੇ ਦਾ DC ਹੋਵੇ ਜਾਂ DC ਤੋਂ ਉੱਪਰ ਜਿਹੜੇ ਰੂਰਲ ਡਿਵੈਲਪਮੈਂਟ ਦੇ ਡਾਇਰੈਕਟਰ ਹੋਣ ਜਾਂ ਸੈਕਟਰੀ ਹੋਣ, ਉਹਨਾਂ ਦੇ ਉੱਤੇ ਵੀ ਇਹ ਆਉਂਦਾ ਹੈ ਕਿ ਯਾਰ ਫਿਰ ਉਹ 92 ਏਕੜ ਜ਼ਮੀਨਾਂ ਉਹਨਾਂ ਦੀਆਂ ਅਗਲੀਆਂ ਜਾ ਰਹੀਆਂ ਨੇ ਤੇ ਕੀ ਉਹ ਸੁੱਤੇ ਪਏ ਆ, ਤੇ ਇਹ ਉਹਨਾਂ ਦੇ ਉੱਤੇ ਵੀ ਕਾਰਵਾਈ ਉਨੀ ਹੀ ਸੰਜੀਦਗੀ ਨਾਲ ਬਣਦੀ ਹੈ। ਇਹਦੇ 'ਚ 2-3 ਸਵਾਲ ਹੈ ਕਿ ਕਿਸੇ ਅਧਿਕਾਰੀ ਨੂੰ ਇੰਨੀ ਜਲਦੀ ਪ੍ਰਮੋਸ਼ਨ ਤੇ ਉਸ ਤੋਂ ਬਾਅਦ ਐਡੀਸ਼ਨਲ ਚਾਰਜ ਦਿਵਾਉਣ ਦੇ ਪਿੱਛੇ ਕੌਣ ਸੀ? ਅਧਿਕਾਰੀ ਆਪਣੇ ਆਪ ਤਾਂ ਜਾ ਕੇ ਲੈ ਨਹੀਂ ਸਕਦਾ, ਕੋਈ ਨਾ ਕੋਈ ਤਾਂ ਮਹਾਨ ਹਸਤੀ ਪਿੱਛੇ ਬੈਠੀ ਹੋਊਗੀ ਜਿਹਦੀ ਪਹੁੰਚ ਘੱਟੋ ਘੱਟ ਜਿਹੜੀ ਪੰਚਾਇਤ ਮੰਤਰੀ ਨਾਲੋਂ ਵੀ ਜ਼ਿਆਦਾ ਹੈ, ਜਾਂ ਤਾਂ ਪੰਚਾਇਤ ਮੰਤਰੀ ਖੁਦ ਜਾਂ ਕੋਈ ਉਹਨਾਂ ਤੋਂ ਵੀ ਜ਼ਿਆਦਾ ਪਾਵਰਫੁਲ, ਜਾਂ ਫਿਰ CM ਹਾਊਸ। ਇੱਕ ਗੱਲ। ਦੂਜੀ ਗੱਲ, ਜਾਂ ਫਿਰ ਕੋਈ ਬਹੁਤ ਵੱਡੇ ਅਧਿਕਾਰੀ, IAS ਅਧਿਕਾਰੀ ਜਿਹੜੇ ਕਰ ਰਹੇ ਹੋਣਗੇ ਸਾਰਾ ਕੁਝ। ਹੋਇਆ ਤਾਂ ਬੜਾ ਵਿਧੀਵਤ ਹੈ, ਕਰਵਾਇਆ ਕਿਹਨੇ ਆ ਇਹ ਦੇਖਣ ਵਾਲੀ ਗੱਲ ਹੁੰਦੀ ਆ। ਜਿਹੜੀ ਆਖਰੀ ਕੜੀ ਆ ਨਾ, ਉਹਦੇ ਤੱਕ ਪਹੁੰਚਣ ਦੀ ਲੋੜ ਆ ਕਿ ਕੀ ਉਹ ਸਰਕਾਰ ਦਾ ਕੋਈ ਅੰਗ ਹੈ, MLA ਦੇ ਰੂਪ ਦੇ ਵਿੱਚ, ਮੰਤਰੀ ਦੇ ਰੂਪ ਦੇ ਵਿੱਚ, ਮੁੱਖ ਮੰਤਰੀ ਦੇ ਰੂਪ 'ਚ, IAS ਅਫਸਰ ਦੇ ਰੂਪ 'ਚ, ਕੌਣ ਹੈ ਆਖਰੀ ਬੰਦਾ? ਕੌਣ ਹੈ? ਤੁਸੀਂ ਸਿਰਫ ਤੇ ਸਿਰਫ DDPO ਨੂੰ, ADC ਨੂੰ ਨਹੀਂ ਕਟਾਰੇ 'ਚ ਇਕੱਲਿਆਂ ਖੜਾ ਕਰ ਸਕਦੇ। ਉਸ ਵਿਅਕਤੀ ਨੂੰ ਉਹ ਕਰਨ ਦੇ ਕਾਬਲ ਬਣਾਉਣ ਵਾਲਾ ਬੰਦਾ ਜ਼ਿਆਦਾ ਅਹਿਮ ਮੇਰੇ ਖਿਆਲ ਹੋਊਗਾ, ਅਦਰਵਾਈਜ਼ ਬੰਦੇ ਨੇ ਫਿਰ ਸਜ਼ਾ ਤੇ ਭੁਗਤਣੀ ਆ ਉਹਨੇ। ਭਾਸਕਰ ਸਾਹਿਬ, ਕੋਈ ਟਿੱਪਣੀ? ਰੰਧਾਵਾ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਕੋਈ ਵੀ BDPO ADC ਆਪਣੇ ਲੈਵਲ ਤੇ ਇੰਨਾ ਵੱਡਾ ਐਕਸ਼ਨ ਜਾਂ ਫਿਰ ਰਿਐਕਸ਼ਨ ਜਾਂ ਫਿਰ ਇਦਾਂ ਦਾ ਡਿਸੀਜਨ ਨਹੀਂ ਲੈ ਸਕਦਾ ਜਿਹਦੇ ਵਿੱਚ 100 ਏਕੜ ਦਾ ਫੈਸਲਾ ਉਹ ਪ੍ਰਾਈਵੇਟ ਲੋਕਾਂ ਦੇ ਹੱਕ 'ਚ ਦੇ ਦੇ। ਔਰ ਉਸ ਟਾਈਮ ਦੇ ਮੰਤਰੀ ਜਿਹੜੇ ਹੁੰਦੇ ਸੀ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੂੰ ਹਟਾ ਦਿੱਤਾ ਗਿਆ ਸੀ। ਕੀ ਇਹਦੇ ਨਾਲ ਵੀ ਕੋਈ ਕਨੈਕਸ਼ਨ ਹੈਗਾ ਉਹਨਾਂ ਦੇ ਹਟਾਏ ਜਾਣ ਦਾ ਔਰ ਇਸ ਤਰੀਕੇ ਨਾਲ ADC ਦੇ ਇਸ ਤਰੀਕੇ ਦੇ ਡਿਸੀਜਨ ਦਾ, ਜਾਂ ADC ਨੂੰ ਮਿਲੀ ਹੋਈ ਫਾਸਟ ਟਰੈਕ ਪ੍ਰਮੋਸ਼ਨ ਦੇ ਪਿੱਛੇ? ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।